2021. ਤੇ ਮੈਂ ਸਾਰਿਆਂ ਨੂੰ ਹੈਪੀ ਨਿਊ ਇਅਰ ਵਿਸ਼ ਕਰ ਰਿਹਾ। ਹਾਲੇਲੂਇਆ। 2020 was not a very good year for some people. ਜਿਹੜੀ 2020 ਹੈ ਉਹ ਜ਼ਿਆਦਾ ਅੱਛੀ ਨਹੀਂ ਰਹੀ ਹੈ ਲੋਕਾਂ ਦੇ ਲਈ। But for me, I found it was good. ਪਰ ਮੈਂ ਲੱਭਿਆ ਕਿ ਮੇਰੇ ਲਈ ਉਹ ਚੰਗੀ ਸੀਗੀ। Because we trust God for everything and He provides for everything. ਤੇ ਅਸੀਂ ਉਹਦੇ ਲਈ ਉੱਤੇ ਵਿਸ਼ਵਾਸ ਕੀਤਾ ਕਿ ਉਹਨੇ ਸਾਨੂੰ ਹਰ ਇੱਕ ਚੀਜ਼ ਦਿੱਤੀ ਜਿਸ ਦੀ ਸਾਨੂੰ ਜ਼ਰੂਰਤ ਸੀ। So today is a brand new day, the 3rd of January. Yeah. ਅੱਜ ਇੱਕ ਬਹੁਤ ਵੱਡਾ ਬਰਕਤ ਵਾਲਾ ਦਿਨ ਹੈ 3 ਜਨਵਰੀ। Every year, a lot of people make a lot of plans. ਹਰ ਸਾਲ ਹਰ ਇੱਕ ਮੇਰਾ ਭੈਣ ਭਰਾ ਕੀ ਹੈ ਬਹੁਤ ਸਾਰੀਆਂ ਜਿਹੜੀਆਂ ਸੋਚਾਂ ਪਲਾਨ ਬਣਾਉਂਦਾ। They make a lot of commitments. ਉਹ ਬਹੁਤ ਸਾਰੀਆਂ ਜਿਹੜੀਆਂ ਕਮਿਟਮੈਂਟਸ ਕਰਦਾ ਹੈ ਕਿ ਮੈਂ ਇਹ ਕਰੂੰਗਾ ਜਾਂ ਆਹ ਕਰੂੰਗਾ। Every year they say before we're going to get to this year we're going to get a new job. ਤੇ ਕਈ ਭੈਣਾਂ ਭਰਾਵਾਂ ਦੇ ਮਨਾਂ ਦੇ ਵਿੱਚ ਹੁੰਦਾ ਕਿ ਸਾਲ ਨੂੰ ਫਿਨਿਸ਼ ਹੋਣ ਤੋਂ ਪਹਿਲਾਂ ਮੈਂ ਇੱਕ ਨਵਾਂ ਕੰਮ ਲੱਭਾਂਗਾ। I'm going to get a bigger house. ਮੈਂ ਇੱਕ ਵੱਡਾ ਘਰ ਲੱਭਾਂਗਾ। I'm going to get a new car. ਮੈਂ ਇੱਕ ਨਵੀਂ ਕਾਰ ਲਵਾਂਗਾ। I'm going to go to the gym and going to get fit this year. ਤੇ ਮੈਂ ਇਸ ਸਾਲ ਜਿਮ ਜੁਆਇਨ ਕਰੂੰਗਾ ਤੇ ਆਪਣੇ ਆਪ ਨੂੰ ਫਿੱਟ ਕਰੂੰਗਾ। They say this year I'm going to read the Bible more. I'm going to get closer to God more. ਤੇ ਕਈਆਂ ਦੇ ਮਨਾਂ ਦੇ ਵਿੱਚ ਇਹ ਹੁੰਦਾ ਕਿ ਮੈਂ ਸਾਲ ਖੁਦਾ ਦਾ ਵਚਨ ਹੈ ਜਿਹੜਾ ਜ਼ਿਆਦਾ ਪੜਾਂਗੇ ਤੇ ਪਰਮੇਸ਼ਰ ਦੇ ਨੇੜੇ ਜਾਵਾਂਗਾ। They say a lot of things. ਉਹ ਬਹੁਤ ਜਿਹੜੀਆਂ ਸਾਰੀਆਂ ਚੀਜ਼ਾਂ ਹੁੰਦੀਆਂ ਸੋਚਦੇ ਆ। But it lasts for a very short time. ਪਰ ਉਹ ਜਿਹੜੀ ਚੀਜ਼ ਹੁੰਦੀ ਆ ਉਹ ਕੁਝ ਸਮੇਂ ਦੇ ਲਈ ਹੀ ਹੁੰਦੀ ਆ। Most of you have experienced it. ਤੇ ਕਈ ਮੇਰੇ ਭੈਣਾਂ ਭਰਾਵਾਂ ਨੇ ਇਸ ਚੀਜ਼ ਦਾ ਐਕਸਪੀਰੀਅੰਸ ਵੀ ਕੀਤਾ ਹੋਊਗਾ। Even I've experienced it before. ਤੇ ਮੇਰਾ ਵੀ ਇਹ ਤਜਰਬਾ ਹੈ, ਮੈਂ ਵੀ ਇਹ ਤਜਰਬਾ ਪਹਿਲਾਂ ਕਰ ਹਟਿਆ। Some people, they do well. ਕਈ ਮੇਰੇ ਭੈਣ ਭਰਾ ਜਿਹੜੇ ਸੋਚ ਕਰ ਵੀ ਦਿੰਦੇ ਆ, ਵਧੀਆ ਕਰਦੇ ਆ, they get a new job. ਉਹ ਨਵਾਂ ਕੰਮ ਲੱਭ ਲੈਂਦੇ ਆ। Now they are busy with the work. ਪਰ ਹੁਣ ਕੀ ਹੋਇਆ ਜਦੋਂ ਕੰਮ ਮਿਲਿਆ ਉਹ ਕੰਮ 'ਚ ਹੀ ਬਿਜੀ ਹੋ ਗਏ। They cannot do what they could do before. ਉਹ ਚੀਜ਼ ਨਹੀਂ ਕਰ ਪਾ ਰਹੇ ਜਿਹੜੀ ਉਹਨਾਂ ਨੂੰ ਕਰਨੀ ਚਾਹੀਦੀ ਐਕਚੁਅਲੀ ਪਹਿਲਾਂ ਕਰ ਰਹੇ ਸੀ। Some people they get a good car, big expensive car. ਕਈ ਮੇਰੇ ਭੈਣਾਂ ਭਰਾਵਾਂ ਨੇ ਬਹੁਤ ਮਹਿੰਗੀ ਤੇ ਵਧੀਆ ਕਾਰ ਵੀ ਲੈ ਲਈ ਬਾਈ ਕਰ। Now they have to work overtime to pay for that car. ਤੇ ਫਿਰ ਹੁਣ ਉਹਨਾਂ ਨੂੰ ਕੀ ਹੈ ਜ਼ਿਆਦਾ ਕੰਮ ਕਰਨਾ ਪੈ ਰਿਹਾ ਉਸ ਕਾਰ ਦੀਆਂ ਜਿਹੜੀਆਂ ਪੈਸਾ ਉਸ ਨੂੰ ਭਰਨ ਦੇ ਲਈ। So now they cannot come to church because they're doing a lot of overtime. ਤੇ ਹੁਣ ਉਹਨਾਂ ਨੂੰ ਕੀ ਜ਼ਿਆਦਾ ਸਮਾਂ ਜਿਹੜਾ ਉਹ ਨਾਈਟ ਸ਼ਿਫਟਾਂ ਕਰਕੇ ਓਵਰਨਾਈਟ ਕਰਕੇ ਕੰਮ ਜ਼ਿਆਦਾ ਐਕਸਟਰਾ ਕਰਕੇ ਕਰਨਾ ਪੈ ਰਿਹਾ। They begin to drift away from God. ਤੇ ਉਹ ਕੀ ਹੈ ਪਰਮੇਸ਼ਰ ਤੋਂ ਦੂਰ ਹੋ ਰਹੇ ਨੇ ਇਸ ਨੂੰ। Completely disconnected some people. ਤੇ ਕਈ ਏਦਾਂ ਦੇ ਭੈਣ ਭਰਾ ਵੀ ਨੇ ਜਿਹਨਾਂ ਦਾ ਬਿਲਕੁਲ ਨਾਤਾ ਜਿਹੜਾ ਪਰਮੇਸ਼ਰ ਨਾਲੋਂ ਟੁੱਟ ਹੀ ਚੁੱਕਿਆ। You know why? Because this is the plan of men. ਕਿਉਂਕਿ ਇਹ ਤੁਹਾਨੂੰ ਪਤਾ ਕਿਉਂ ਹੋਇਆ ਉਹਨਾਂ ਦਾ ਨਾਤਾ ਕਿਉਂ ਟੁੱਟਿਆ ਕਿਉਂਕਿ ਇਹ ਪਲਾਨ ਉਹ ਆਦਮੀਆਂ ਦਾ ਹੁੰਦਾ। Let us read Proverbs 16 verse 9. ਤੇ ਅਸੀਂ ਕਹਾਵਤਾਂ ਦੀ 16 ਉਹਦੀ 9 16 verse 9 ਰਾਈਟ 16 verse 9, yes. ਓਕੇ ਅਸੀਂ 16 ਦੀ 9 ਆਇਤ ਪੜਾਂਗੇ। ਦੇਖੋ ਉਹਦੇ ਵਿੱਚ ਕੀ ਲਿਖਿਆ। Shall I read in Punjabi? Yeah, read in Punjabi, yes. Yeah, I read in Punjabi. So ਉਹਦੇ ਵਿੱਚ ਲਿਖਿਆ 16 ਦੀ 9 ਦੇ ਵਿੱਚ ਜਿਹੜਾ ਆਦਮੀ ਦਾ ਮਨ ਉਹਦਾ ਰਾਹ ਠਹਿਰਾਉਂਦਾ ਹੈ ਪਰ ਯਹੋਵਾ ਉਹਦੇ ਪੈਰਾਂ ਦੀ ਅਗਵਾਈ ਕਰਦਾ ਹੈ। ਹਾਲੇਲੂਇਆ। Amen. So these are the plans of men. ਇਹ ਜਿਹੜੇ ਪਲਾਨ ਹੁੰਦੇ ਆ ਸਾਰੇ ਸਾਡੇ ਆਦਮੀਆਂ ਦੇ ਹੁੰਦੇ ਆ। Now on the other side, the Bible tells us that God has a great plan for us. ਪਰ ਦੂਸਰੇ ਪਾਸੇ ਜਿਹੜਾ ਵਚਨ ਹੈ ਉਹ ਕੀ ਕਹਿ ਰਿਹਾ ਹੈ ਬਾਈਬਲ ਦੇ ਵਿੱਚ ਪਰਮੇਸ਼ਰ ਦੇ ਜਿਹੜੇ ਪਲਾਨ ਨੇ ਉਹ ਕੁਝ ਹੋਰ ਨੇ ਤੁਹਾਡੇ ਲਈ। Amen. Let's read Jeremiah 29 verse 11. ਤੇ ਹੁਣ ਅਸੀਂ ਜਰਮਾਇਆ ਦੀ ਕਿਤਾਬ 29 verse 11 ਪੜਾਂਗੇ। ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ ਯਹੋਵਾ ਦਾ ਵਾਕ ਹੈ ਸ਼ਾਂਤੀ ਦੀਆਂ ਸੋਚਾਂ ਬੁਰਾਈ ਦੀਆਂ ਨਹੀਂ ਕਿ ਮੈਂ ਤੁਹਾਨੂੰ ਛੇਕਣ ਨੂੰ ਆਸ ਦਵਾਵਾਂ। Amen. Amen. So let us go by it slowly. I will read and then you can read after me, okay? For yes. I know the plans I have for you, says the Lord. ਉਹ ਕੀ ਕਹਿ ਰਿਹਾ ਯਹੋਵਾ ਦਾ ਵਾਕ ਇੱਥੇ ਕੀ ਕਹਿ ਰਿਹਾ ਕਿ ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵੇਖੇ ਸੋਚਦਾ ਹਾਂ ਜਾਣਦਾ ਹਾਂ। Plans to prosper you and not to harm you. ਉਹ ਪਲਾਨ ਉਹ ਸੋਚਾਂ ਜਿਹੜੀਆਂ ਤੁਹਾਨੂੰ ਸ਼ਾਂਤੀ ਦੇਣ ਨਾ ਕਿ ਬੁਰਾਈ ਕਰਨ।
plans to give you a hope and a future. ਤੇ ਉਹ ਸੋਚਾਂ ਜਿਹੜੀਆਂ ਤੁਹਾਨੂੰ ਕੋਈ ਉਮੀਦ ਦੇਣ ਤੇ ਇੱਕ ਸਹੀ ਭਵਿੱਖ ਦੇਣ। So the plan of God is to give you like everlasting life, rewards in heaven. ਤੇ ਜਿਵੇਂ ਸਾਨੂੰ ਸਭ ਨੂੰ ਪਤਾ ਕਿ ਜਦੋਂ ਸਾਡੀ ਜ਼ਿੰਦਗੀ ਇਸ ਧਰਤੀ ਤੋਂ ਖਤਮ ਹੋਣੀ ਹੈ ਤੇ ਜਦੋਂ ਅਸੀਂ ਸਵਰਗ ਦੇ ਵਿੱਚ ਜਾਣਾ ਹੈ, ਜਿਹੜਾ ਉਹਦਾ ਰਿਵਾਰਡ ਹੈ, ਜਿਹੜਾ ਉਹਦਾ ਇਨਾਮ ਹੈ, ਉਹ ਉੱਥੇ ਸਾਨੂੰ ਮਿਲੇਗਾ। Because God loves every one of you. ਕਿਉਂਕਿ ਪਰਮੇਸ਼ਰ ਤੁਹਾਨੂੰ ਹਰ ਇੱਕ ਨੂੰ ਪਿਆਰ ਕਰਦਾ ਹੈ। There's no separate you special and you special. Everyone he loves equally. ਉਹ ਕੋਈ ਉਹਦੇ ਲਈ ਕੋਈ ਖਾਸ ਨਹੀਂ ਹੈਗਾ, ਤੁਸੀਂ ਸਾਰੇ ਹੀ ਹੋ, ਉਹ ਸਭ ਨੂੰ ਹੀ ਪਿਆਰ ਕਰਦਾ। That's why his plan is for hope and future. ਇਸੇ ਕਰਕੇ ਜਿਹੜੇ ਉਹਦੇ ਪਲਾਨ ਨੇ ਉਹ ਉਮੀਦ ਵਾਲੇ ਤੇ ਭਵਿੱਖ ਨੂੰ ਚੰਗਾ ਬਣਾਉਣ ਵਾਲੇ ਨੇ। But you see, when humans plan our plan, we don't have this hope. ਤੇ ਤੁਸੀਂ ਦੇਖ ਸਕਦੇ ਹੋ ਜਦੋਂ ਸਾਡੇ ਆਪਣੇ ਪਲਾਨ ਹੁੰਦੇ ਨੇ ਤਾਂ ਸਾਡੇ ਪਲਾਨਾਂ ਦੇ ਵਿੱਚ ਕੋਈ ਵੀ ਉਮੀਦ ਨਹੀਂ ਹੁੰਦੀ ਹੈਗੀ ਕਿਸੇ। How many times we have planned without the help of God and it has failed us? ਤੇ ਕਈ ਵਾਰ ਕਿੰਨੀ ਵਾਰ ਅਸੀਂ ਆਪਣੀਆਂ ਸੋਚਾਂ ਦੇ ਨਾਲ ਪਲਾਨ ਕੀਤਾ ਹੋਊਗਾ ਤੇ ਅਸੀਂ ਉਹਨਾਂ ਦੇ ਵਿੱਚ ਫੇਲ ਹੋਏ ਹੋਵਾਂਗੇ। ਕਿਉਂ? ਕਿਉਂਕਿ ਪਰਮੇਸ਼ਰ ਦਾ ਸਾਥ ਨਹੀਂ ਸੀਗਾ। If you feel that is one of you, put your hand up, because I was in that situation. ਤੇ ਤੁਸੀਂ ਆਪਣਾ ਹੱਥ ਖੜਾ ਕਰ ਸਕਦੇ ਹੋ ਕਿ ਹਾਂ ਮੈਂ ਇਸ ਚੀਜ਼ ਨੂੰ ਕੀਤਾ ਤੇ ਮੈਂ ਉਹ ਚੀਜ਼ ਦੇ ਵਿੱਚੋਂ ਫੇਲ ਹੋਇਆ। When you chase your plans, ਜਦੋਂ ਤੁਸੀਂ ਆਪਣੇ ਪਲਾਨਾਂ ਨੂੰ ਚੇਸ ਕਰਨਾ ਸ਼ੁਰੂ ਕਰ ਦਿੰਦੇ ਹੋ, you will succeed a little bit. ਤੇ ਤੁਸੀਂ ਕੁਝ ਸਮੇਂ ਲਈ ਕੁਝ ਸਕਸੈਸ ਹੋ ਵੀ ਜਾਂਦੇ ਹੋ, ਕਾਮਯਾਬ ਹੋ ਵੀ ਜਾਂਦੇ ਹੋ ਪਲਾਨ ਦੇ ਵਿੱਚ, But there won't be success in heaven. ਪਰ ਉਹਦੀ ਜਿਹੜੀ ਪੂਰੀ ਕਾਮਯਾਬੀ ਸਵਰਗ ਦੇ ਵਿੱਚ ਨਹੀਂ ਹੈਗੀ। But when you chase God's plan, ਤੇ ਜਦੋਂ ਫਿਰ ਤੁਸੀਂ ਕੀ ਹੈ ਜਿਹੜਾ ਪਿੱਛਾ ਕਰਦੇ ਹੋ ਜਿਹੜੇ ਪਰਮੇਸ਼ਰ ਦੇ ਪਲਾਨ ਹੁੰਦੇ ਆ, you will be successful here on the earth and also in heaven. ਫਿਰ ਤੁਸੀਂ ਕੀ ਹੈ ਕਾਮਯਾਬ ਹੋਵੋਗੇ ਇਸ ਧਰਤੀ ਦੇ ਉੱਤੇ ਵੀ ਉਸ ਪਲਾਨ ਦੇ ਨਾਲ ਤੇ ਉਸੇ ਪਲਾਨ ਦੇ ਨਾਲ ਤੁਸੀਂ ਕਾਮਯਾਬ ਹੋਵੋਗੇ ਸਵਰਗ ਦੇ ਵਿੱਚ ਵੀ। Okay, let us read John 14 verse 2. ਤੇ ਹੁਣ ਅਸੀਂ ਯੋਹੰਨਾ ਦੀ ਕਿਤਾਬ, ਯੋਹੰਨਾ ਦੀ ਇੰਜੀਲ 14 Verse 2. ਓਕੇ 14 ਦੀ 2 ਯੋਹੰਨਾ ਦੀ ਇੰਜੀਲ ਉਹਦਾ 14ਵਾਂ ਚੈਪਟਰ ਦੀ 2 ਆਇਤ ਦੇ ਵਿੱਚ ਅਸੀਂ ਪੜਾਂਗੇ ਕੀ ਲਿਖਿਆ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਨਿਵਾਸ ਹਨ, ਨਹੀਂ ਤਾਂ ਮੈਂ ਤੁਹਾਨੂੰ ਕਿਉਂ ਕਹਿੰਦਾ, ਜੋ ਮੈਂ ਤੁਹਾਡੇ ਲਈ ਜਗ੍ਹਾ ਤਿਆਰ ਕਰਨਾ ਚਾਹੁੰਦਾ ਹਾਂ। ਹਾਲੇਲੂਇਆ। Amen. So let me read and then you translate. In my Father's house, Jesus is talking about heaven. In my Father's house there are many rooms. ਇੱਥੇ ਯਿਸੂ ਮਸੀਹ ਸਵਰਗ ਦੀ ਗੱਲ ਕਰ ਰਿਹਾ ਹੈ ਕਿ ਮੇਰੇ ਪਿਤਾ ਦੇ ਘਰ ਵਿੱਚ ਬਹੁਤ ਸਾਰੇ ਕੀ ਨਿਵਾਸ ਨੇ, ਘਰ ਨੇ। If it was not so, I would have not told you. ਜੇ ਉੱਥੇ ਕੁਝ ਨਾ ਹੁੰਦਾ ਮੈਂ ਤੁਹਾਨੂੰ ਨਹੀਂ ਸੀ ਕਹਿਣਾ। I am going there. See, Jesus say, I'm going there to prepare a place for you. ਤੇ ਯਿਸੂ ਮਸੀਹ ਆਪਾਂ ਨੂੰ ਸਾਰਿਆਂ ਨੂੰ ਕਹਿ ਰਿਹਾ ਕਿ ਮੈਂ ਤੁਹਾਡੇ ਉੱਥੇ ਜਾ ਰਿਹਾ, ਤੁਹਾਡੇ ਲਈ ਕੀ ਜਗ੍ਹਾ ਨੂੰ ਉੱਥੇ ਲੈ ਕੇ ਕੀ ਤਿਆਰ ਕਰ ਸਕਾਂ। And I will come back and take you to be with me. ਤੇ ਮੈਂ ਕੀ ਹੈ ਵਾਪਸ ਆਵਾਂਗਾ ਤਾਂ ਕਿ ਤੁਹਾਨੂੰ ਇੱਥੋਂ ਉੱਥੇ ਹੀ ਲੈ ਕੇ ਜਾਵਾਂ ਜਿੱਥੇ ਮੈਂ ਹਾਂ। This is the plan of God. ਇਹ ਜਿਹੜੇ ਕੀ ਆ ਪਲਾਨ ਨੇ ਪਰਮੇਸ਼ਰ ਦੇ ਹੈ। So it's important to follow his plan for our lives. ਤੇ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਅਸੀਂ ਉਸ ਚੀਜ਼ ਨੂੰ ਫੋਲੋ ਵੀ ਕਰੀਏ। So today we are now talking, my topic will be, we are talking, what has God for you? ਤੇ ਇਹ ਅੱਜ ਅਸੀਂ ਸਾਡਾ ਪਲਾਨ ਹੈ ਜਿਹੜਾ ਦੇਖ ਰਹੇ ਹਾਂ ਕਿ ਕੀ ਪਲਾਨ ਨੇ ਜਿਹੜੇ ਪਰਮੇਸ਼ਰ ਦੇ ਲਈ ਸਾਡੇ ਲਈ ਹੈ, ਜੋ ਪਰਮੇਸ਼ਰ ਦੇ ਪਲਾਨ। So for this new year 2021, what has God for you? 2021 ਸਾਲ ਦੀ। So I want you to ask yourself the question, what has God for me in 2021? ਤੇ ਮੈਂ ਤੁਹਾਨੂੰ ਕਹਿਣਾ ਚਾਹ ਰਿਹਾ ਕਿ ਤੁਸੀਂ ਆਪਣੇ ਆਪ ਨੂੰ ਇੱਕ ਕੁਐਸਚਨ ਪੁੱਟ ਕਰੋ ਕਿ 2021 ਦੇ ਵਿੱਚ ਪਰਮੇਸ਼ਰ ਤੇਰੇ ਕੀ ਪਲਾਨ ਨੇ ਸਾਡੇ ਲਈ। God has great plans, great things in store for you. ਪਰਮੇਸ਼ਰ ਦੇ ਕੋਲੇ ਮਹਾਨ ਪਲਾਨ ਨੇ, ਮਹਾਨ ਕੰਮ ਨੇ ਤੁਹਾਡੇ ਲਈ ਜਿਹੜੇ ਉਹਨੇ ਰੱਖੇ ਹੋਏ ਨੇ। Amen. Let us read 1 Corinthians chapter 2 verse 9. ਤੇ ਹੁਣ ਅਸੀਂ ਉਹਦੇ 1 ਕੋਰਿੰਥੀਆ 2 verse 9. ਅਸੀਂ 1 ਕੋਰਿੰਥੀਆ ਉਹਦੇ 2 ਚੈਪਟਰ ਉਹਦੀ 9 ਆਇਤ ਦੇ ਵਿੱਚ ਜਾਵਾਂਗੇ ਜਿੱਥੇ ਲਿਖਿਆ shall I read in Punjabi? Yeah, read first, yeah. ਪਰੰਤੂ ਜਿਵੇਂ ਲਿਖਿਆ ਹੋਇਆ ਹੈ, ਜਿਹੜੀਆਂ ਵਸਤਾਂ ਅੱਖਾਂ ਨੇ ਨਾ ਵੇਖੀਆਂ ਨਾ ਕੰਨੀ ਸੁਣੀਆਂ ਨਾ ਇਨਸਾਨ ਦੇ ਮਨ ਵਿੱਚ ਆਈਆਂ, ਜਿਹੜੀਆਂ ਵਸਤਾਂ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ। Amen. No eye has seen, no ear has heard. ਨਾ ਤੁਸੀਂ ਦੇਖੀਆਂ ਤੇ ਨਾ ਤੁਸੀਂ ਸੁਣੀਆਂ ਨੇ।
No mind has conceived ਨਾ ਹੀ ਕਿਸੇ ਦਿਮਾਗ ਦੀ ਸੋਚ ਨੇ ਉਹਨੂੰ ਸੋਚਿਆ what God has prepared ਜੋ ਪਰਮੇਸ਼ਰ ਨੇ ਤੁਹਾਡੇ ਲਈ ਤਿਆਰ ਕੀਤਾ ਹੈ for those who love him. ਤੇ ਉਹ ਉਹਨਾਂ ਲਈ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਨੇ That is very important. Read that again. For those who love him. ਤੇ ਦੁਬਾਰਾ ਪੜੋ ਤੇ ਸੁਣੋ ਉਹ ਲੋਕਾਂ ਲਈ ਪਲਾਨ ਨੇ ਜਿਹੜੇ ਉਹਨੂੰ ਪਿਆਰ ਕਰਦੇ ਨੇ Do you love the Lord? ਕੀ ਤੁਸੀਂ ਪਰਮੇਸ਼ਰ ਨੂੰ ਪਿਆਰ ਕਰਦੇ ਹੋ Yes. That is the important thing. The plan is what God has prepared for you is if you love him, that is for you. ਇਹ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਜਿਹੜੀ ਤੁਹਾਨੂੰ ਸਮਝਣ ਦੀ ਜ਼ਰੂਰਤ ਹੈ ਉਹ ਸਾਰੇ ਪਲਾਨ ਜਿਹੜੇ ਪਰਮੇਸ਼ਰ ਨੇ ਤੁਹਾਡੇ ਲਈ ਰੱਖੇ ਨੇ ਉਹ ਤਦੇ ਹੀ ਪੂਰੇ ਹੋਣੇ ਆ ਜੇ ਤੁਸੀਂ ਉਸ ਨੂੰ ਪਿਆਰ ਕਰਦੇ ਹੋ Knowing this should make your life exciting. ਤੇ ਇਸ ਚੀਜ਼ ਨੂੰ ਜਦੋਂ ਤੁਸੀਂ ਜਾਣੋਗੇ ਤਾਂ ਤੁਹਾਡੀ ਜਿਹੜੀ ਲਾਈਫ ਹੈ ਉਹ ਥੋੜੀ ਜਿਹੀ ਉਤਸ਼ਾਹ ਦੇ ਨਾਲ ਭਰੀ ਜਾਊਗੀ Because God is saying, I have great things for you. ਕਿਉਂਕਿ ਪਰਮੇਸ਼ਰ ਦਾ ਵਚਨ ਇੱਥੇ ਕਹਿ ਰਿਹਾ ਹੈ ਕਿ ਮੇਰੇ ਕੋਲੇ ਤੁਹਾਡੇ ਲਈ ਬਹੁਤ ਕੁਝ ਹੈ ਬਹੁਤ ਕੁਝ How many of you today listening to this scripture makes you excited? How many of you are feeling happy today, rejoicing today? Yes. ਕਿੰਨੇ ਭੈਣ ਭਰਾ ਮੇਰੇ ਅੱਜ ਇਸ ਵਚਨ ਨੂੰ ਪੜ੍ਹ ਕੇ ਉਸ ਚੀਜ਼ ਨੂੰ ਲੈ ਰਹੇ ਨੇ ਤੇ ਕਹਿ ਰਹੇ ਨੇ ਕਿ ਹਾਂ ਮੈਂ ਇਸ ਲਈ ਖੁਸ਼ ਹਾਂ ਕਿ ਪਰਮੇਸ਼ਰ ਦੇ ਪਲਾਨ ਨੇ ਮੇਰੇ ਲਈ ਕਿ ਮੈਂ ਪਿਆਰ ਕਰਾਂਗਾ ਉਸ ਨੂੰ Read that scripture again in Punjabi. ਮੈਂ ਦੁਬਾਰਾ ਫਿਰ ਤੋਂ ਸਕ੍ਰਿਪਚਰ ਦੁਬਾਰਾ ਪੜ੍ਹਦਾ ਸਲੋਲੀ ਤੇ ਤੁਸੀਂ ਧਿਆਨ ਨਾਲ ਸੁਣਿਓ ਜਿਵੇਂ ਕਿ ਲਿਖਿਆ ਪਰੰਤੂ ਜਿਵੇਂ ਲਿਖਿਆ ਹੋਇਆ ਹੈ ਜਿਹੜੀਆਂ ਵਸਤਾਂ ਅੱਖੀ ਨਾ ਵੇਖੀਆਂ ਨਾ ਕੰਨੀ ਸੁਣੀਆਂ ਨਾ ਇਨਸਾਨ ਦੇ ਮਨ ਵਿੱਚ ਆਈਆਂ ਜਿਹੜੀਆਂ ਵਸਤਾਂ ਪਰਮੇਸ਼ਰ ਨੇ ਆਪਣੇ ਪ੍ਰੇਮੀਆਂ ਲਈ ਤਿਆਰ ਕੀਤੀਆਂ ਆਮੇਨ Amen. Now some people will be saying, they will be asking the question. ਕਈ ਮੇਰੇ ਭੈਣ ਭਰਾ ਹੁਣ ਇਸ ਜਗ੍ਹਾ ਤੇ ਇਦਾਂ ਦੇ ਵੀ ਹੋਣਗੇ ਜਿਹੜੇ ਕੁਐਸਚਨ ਕਰ ਰਹੇ ਹੋਣਗੇ ਇਸ ਸਮੇਂ If God has all these great things for me, ਵੀ ਜੇ ਮੇਰੇ ਲਈ ਪਰਮੇਸ਼ਰ ਦੇ ਇੰਨੇ ਚੰਗੇ ਚੰਗੇ ਸਾਰੀਆਂ ਵਸਤਾਂ ਹੈਗੀਆਂ ਨੇ so why am I going through a hard time? ਤੇ ਫਿਰ ਕਿਉਂ ਮੈਂ ਔਖੇ ਸਮੇਂ ਦੇ ਵਿੱਚ ਦੀ ਲੰਘ ਰਿਹਾ Why am I not experiencing these great things? ਤੇ ਮੈਂ ਕਿਉਂ ਨਹੀਂ ਇਹਨਾਂ ਚੀਜ਼ਾਂ ਦਾ ਅਨੁਭਵ ਕਰ ਪਾ ਰਿਹਾ ਜਿਹੜੀਆਂ ਪਰਮੇਸ਼ਰ ਨੇ ਚੰਗੀਆਂ ਵਸਤਾਂ ਰੱਖੀਆਂ ਹੋਈਆਂ ਨੇ The answer is for those who love him. ਤੇ ਫਿਰ ਉਹਨਾਂ ਦਾ ਉੱਤਰ ਇੱਕੋ ਹੀ ਹੈ ਉਹ ਉੱਤਰ ਇਹ ਹੈ ਕਿ ਜੇ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਉਸ ਚੀਜ਼ ਦਾ ਅਨੁਭਵ ਕਰੋਗੇ Amen. So Amen. if you feel that you're in that situation, you need to read this scripture and change your life according to this. ਅਗਰ ਤੁਸੀਂ ਅੱਜ ਇਸ ਜਗ੍ਹਾ ਦੇ ਵਿੱਚ ਹੋ ਜਾਂ ਤੁਸੀਂ ਫੀਲ ਕਰ ਰਹੇ ਹੋ ਤਾਂ ਅੱਜ ਇਸ ਸਕ੍ਰਿਪਚਰ ਨੂੰ ਪੜ੍ਹੋ ਸਮਝੋ ਤੇ ਪ੍ਰਾਰਥਨਾ ਕਰੋ ਤੇ ਆਪਣੇ ਆਪ ਨੂੰ ਬਦਲੋ ਉਸ ਚੀਜ਼ ਦੇ ਵਿੱਚ So today we are talking about what has God for you in 2021. ਤੇ ਅੱਜ ਅਸੀਂ ਉਸ ਚੀਜ਼ ਦੇ ਬਾਰੇ ਗੱਲ ਕਰਾਂਗੇ ਕਿ ਕੀ ਹੈ ਪਰਮੇਸ਼ਰ ਕੋਲੇ ਤੁਹਾਡੇ ਲਈ 2021 ਸਾਲ ਦੇ ਵਿੱਚ Because if you don't make the right decision this year, today, ਜੇ ਅੱਜ ਤੁਸੀਂ ਅੱਜ ਦੇ ਸਾਲ ਦੇ ਵਿੱਚ ਅੱਜ ਦੇ ਦਿਨ ਅਗਰ ਤੁਸੀਂ ਕੋਈ ਸਹੀ ਫੈਸਲਾ ਨਹੀਂ ਲੈ ਪਾ ਰਹੇ you will waste the whole year. ਤੇ ਤੁਸੀਂ ਫਿਰ ਕੀ ਹੈ ਪੂਰਾ ਸਾਲ ਬਰਬਾਦ ਕਰੋਗੇ But if you make the right decision, ਜੇ ਪਰ ਅੱਜ ਤੁਸੀਂ ਸਹੀ ਫੈਸਲਾ ਕਰਦੇ ਹੋ you will see great things happening in your life. ਤੇ ਤੁਸੀਂ ਕੀ ਦੇਖੋਗੇ ਉਹ ਚੰਗੀਆਂ ਚੀਜ਼ਾਂ ਤੁਹਾਡੀ ਲਾਈਫ ਦੇ ਵਿੱਚ ਹੁੰਦੀਆਂ ਨੂੰ ਵੀ ਦੇਖੋਗੇ God has great things, but you need to follow in those things to receive them. ਪਰਮੇਸ਼ਰ ਕੋਲੇ ਤੁਹਾਡੇ ਲਈ ਬਹੁਤ ਚੰਗੀਆਂ ਵਸਤਾਂ ਨੇ ਪਰ ਤੁਹਾਨੂੰ ਜ਼ਰੂਰਤ ਹੈ ਕਿ ਉਸ ਨੂੰ ਫੋਲੋ ਕਰੋ ਤੇ ਜਾਣੋ ਤੇ ਦੇਖੋ Let us look at some examples in the Bible today. ਤੇ ਅੱਜ ਅਸੀਂ ਕੁਝ ਐਗਜ਼ਾਮਪਲ ਦੇ ਬਾਰੇ ਦੇਖਦੇ ਹਾਂ ਬਾਈਬਲ ਦੇ ਵਿੱਚੋਂ ਹੀ Let us go to the book of Matthew chapter 4. ਤੇ ਹੁਣ ਅਸੀਂ ਮਤੀ ਦੀ ਅੰਜੀਲ ਉਹਦੇ 4 ਚੈਪਟਰ ਦੇ ਵਿੱਚ ਜਾਵਾਂਗੇ Let us look from the verse 18 onwards. 4 ਦੀ 18 ਵਰਸ ਦੇਖਾਂਗੇ 4 verse 18 right Yes, okay. Okay. I will read, then you can translate for me, okay? Yes, of course. Verse Yes. 18. As Jesus was walking beside the Sea of Galilee, ਤੇ ਜਦੋਂ ਯਿਸੂ ਮਸੀਹ ਸੀ ਜਿਹੜੇ ਗਲੀਲ ਦੀ ਝੀਲ ਦੇ ਕੰਢੇ ਫਿਰਦਿਆਂ ਹੋਏ ਆ he saw two brothers, Simon called Peter and his brother Andrew. ਤੇ ਉਸਨੇ ਉਸ ਸਮੇਂ ਦੋ ਭਰਾਵਾਂ ਨੂੰ ਦੇਖਿਆ ਸ਼ਮੂਏਲ ਜਿਹੜਾ ਕਿ ਪਤਰਸ ਕਹਾਉਂਦਾ ਹੈ ਬਾਈਬਲ ਦੇ ਵਿੱਚ ਤੇ ਉਹਦਾ ਭਰਾ ਸੀ ਜਿਹੜਾ ਅੰਦਰਿਆਸ They were casting a net into the lake, ਤੇ ਉਹਨਾਂ ਨੇ ਕਿ ਝੀਲ ਦੇ ਵਿੱਚ ਜਾਲ ਪਾਇਆ ਤੇ ਦੇਖਿਆ for they were fishermen. ਕਿਉਂਕਿ ਉਹ ਜਿਹੜੇ ਸੀਗੇ ਮਛਵਾੜੇ ਸੀਗੇ ਕਿ ਮੱਛੀਆਂ ਨੂੰ ਫੜਨ ਵਾਲੇ ਸੀਗੇ Come, follow me, Jesus said. ਤਾਂ ਉਹਨਾਂ ਨੂੰ
ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਜਾ ਕੇ ਦੋਨਾਂ ਨੂੰ ਕੀ ਕਿਹਾ, ਕਹਿੰਦਾ ਮੈਨੂੰ ਫੋਲੋ ਕਰੋ, ਮੇਰੇ ਮਗਰ ਆਓ and I will make you fishers of men. ਤੇ ਮੈਂ ਤੁਹਾਨੂੰ ਮਨੁੱਖਾਂ ਦਾ ਸ਼ਿਕਾਰੀ ਬਣਾਵਾਂਗਾ। ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ At ਕਿਹਾ। once they left their nets and followed him. ਤੇ ਉਹਨਾਂ ਨੇ ਉਸੇ ਸਮੇਂ ਕੀ ਆ, ਝੱਟ ਦੇ ਨੇ ਹੀ ਜਾਲਾਂ ਨੂੰ ਸਿੱਟ ਦਿੱਤਾ ਤੇ ਉਹਦੇ ਮਗਰ ਨੂੰ ਪ੍ਰਭੂ ਯਿਸੂ ਮਸੀਹ ਦੇ ਹੋ Verse ਗਏ। 21. Going on from there, he saw two other brothers, James, son of Zebedee, and his brother John. ਤੇ ਅੱਗੇ ਥੋੜਾ ਜਿਹਾ ਜਦੋਂ ਅੱਗੇ ਵਧੇ ਤਾਂ ਉਹਨੇ ਦੋ ਹੋਰ ਭਰਾਵਾਂ ਨੂੰ ਦੇਖਿਆ, ਜਿਹੜੇ ਕਿ ਅਰਥਾਤ ਜਿਹੜੇ ਕਿ ਜਬਦੀ ਦਾ ਪੁੱਤਰ ਯਾਕੂਬ ਤੇ ਉਹਦਾ ਭਰਾਈ ਯੋਹੰਨਾ ਸੀਗਾ। They were in a boat with their father Zebedee, preparing their nets. ਤੇ ਉਹ ਆਪਣੇ ਪਿਓ ਦੇ ਨਾਲ ਸੀਗੇ, ਕਾਹਦੇ ਵਿੱਚ, ਬੇੜੀ ਦੇ ਵਿੱਚ, ਕਿ ਜਾਲਾਂ ਨੂੰ ਸੁਧਾਰ ਰਹੇ ਸੀ, ਸਹੀ ਕਰ ਰਹੇ ਸੀਗੇ। Jesus called them, ਤੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਸੱਦਿਆ and immediately they left the boat and their father and followed him. ਤੇ ਉਹਨਾਂ ਨੇ ਝੱਟ ਦੇ ਨਹੀਂ ਬੇੜੀ ਵੀ ਛੱਡ ਦਿੱਤੀ ਤੇ ਪਿਓ ਨੂੰ ਵੀ ਛੱਡ ਕੇ ਕੀ ਹੈ, ਪ੍ਰਭੂ ਯਿਸੂ ਮਸੀਹ ਦੇ ਪਿੱਛੇ ਹੋ ਤੁਰੇ। Now let's go to the beach. Let us picture ourselves on Larnaca Beach. ਤੇ ਹੁਣ ਆਪਣੀਆਂ ਜਿਹੜੀਆਂ ਪਿਕਚਰਸ ਆਪਣੇ ਦਿਮਾਗ ਦੇ ਵਿੱਚ ਇੱਕ ਤਸਵੀਰ ਬਣਾ ਲਓ ਕਿ ਅਸੀਂ ਲਾਰਨਕਾ ਬੀਚ ਦੇ ਉੱਤੇ ਹਾਂ। So you are now Peter, and you are, and to picture yourself as one of these characters. ਤੇ ਇਹਨਾਂ ਦੋਨਾਂ ਦੇ ਵਿੱਚੋਂ ਇੱਕ ਕਰੈਕਟਰ ਦੀ ਇੱਕ ਤਸਵੀਰ ਆਪਣੇ ਦਿਮਾਗ 'ਚ ਬਣਾਓ, ਤੁਸੀਂ ਪਤਰਸ ਹੋ ਜਾਂ ਅੰਦਰਸ ਹੋ। This is your business. Fishing is your business. ਤੇ ਤੁਹਾਡੀ ਜਿਹੜਾ ਮੱਛੀਆਂ ਨੂੰ ਫੜ ਕੇ ਵੇਚਣ ਦਾ ਤੁਹਾਡਾ ਇੱਕ ਧੰਦਾ ਹੈ, ਜਿਹੜਾ ਤੁਹਾਡਾ ਬਿਜ਼ਨਸ ਕਹਿ ਸਕਦੇ ਅਸੀਂ। And then all of a sudden you see Jesus walking towards you. ਤੇ ਉੱਥੇ ਤੁਸੀਂ ਇੱਕ ਚੀਜ਼ ਦਾ ਖਿਆਲ ਕਰੋ ਤਸਵੀਰ ਦੇ ਵਿੱਚ ਕਿ ਤੁਸੀਂ ਇਹ ਕਰ ਰਹੇ ਹੋ ਤੇ ਪ੍ਰਭੂ ਯਿਸੂ ਮਸੀਹ ਤੁਹਾਡੇ ਕੋਲ ਦੀ ਲੰਘ ਰਿਹਾ ਹੈ। And he says to you, ਤੇ ਉਹਨੇ ਯਿਸੂ ਮਸੀਹ ਨੇ ਤੁਹਾਨੂੰ ਜਾ ਕੇ ਉੱਥੇ ਕਿਹਾ come follow me. ਕਿ ਆ ਮੇਰੇ ਮਗਰ ਹੋ ਤੁਰੋ। How many of you will say yes and follow him without asking questions? See, they did not ask any question. ਬਿਨਾਂ ਕਿਸੇ ਕੁਐਸਚਨ ਨੂੰ ਕਰੇ ਕਿੰਨੇ ਜਣੇ ਹੋ ਜਿਹੜੇ ਤੁਸੀਂ ਪ੍ਰਭੂ ਦੇ ਪਿੱਛੇ ਉਤਰੋਗੇ। Even James and his brother John, they immediately left the boat and their father and followed Jesus. ਜਿਵੇਂ ਕਿ ਯੋਹੰਨਾ ਤੇ ਯਾਕੂਬ ਨੇ ਕੀਤਾ ਸੀ, ਉਹਨਾਂ ਨੇ ਕੀ ਕੀਤਾ ਸੀ, ਇਮੀਡੀਏਟਲੀ ਬੋਟ ਛੱਡਤੀ, ਆਪਣੇ ਪਿਓ ਨੂੰ ਛੱਡਤਾ ਤੇ ਪ੍ਰਭੂ ਦੇ ਪਿੱਛੇ ਉਤਰੇ ਸੀ। Amen. This is the challenge. ਇਹ ਇੱਕ ਚੈਲੰਜ ਹੈ ਸਾਡੇ ਲਈ, Because Jesus says, I will make you fishers of men. ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਕੀ ਕਿਹਾ ਸੀ ਕਿ ਮੈਂ ਤੁਹਾਨੂੰ ਮਨੁੱਖਾਂ ਦਾ ਸ਼ਿਕਾਰੀ ਬਣਾਵਾਂਗਾ। When Jesus came, he did not promote business. He promoted the kingdom of God. ਤੇ ਜਦੋਂ ਯਿਸੂ ਮਸੀਹ ਆਇਆ ਸੀ, ਉਹਨੇ ਕਿਸੇ ਬਿਜ਼ਨਸ ਨੂੰ ਪ੍ਰਮੋਟ ਨਹੀਂ ਸੀ ਕੀਤਾ, ਉਹਨੇ ਪ੍ਰਮੋਟ ਕੀਤਾ ਸੀ ਪਰਮੇਸ਼ਰ ਦੇ ਰਾਜ ਨੂੰ, ਉਹਦੇ ਸਵਰਗ ਰਾਜ ਨੂੰ। ਹਾਲੇਲੂਇਆ। In all over the Bible, in the four books, the four gospels, Jesus talks about the kingdom of God, the kingdom of God, the kingdom of God. ਪਹਿਲੀਆਂ ਚਾਰ ਅੰਜੀਲ ਦੇ ਵਿੱਚ ਜੇ ਤੁਸੀਂ ਪੜ੍ਹਦੇ ਹੋ, ਸਿਰਫ ਪ੍ਰਭੂ ਯਿਸੂ ਮਸੀਹ ਨੇ ਇੱਕੋ ਹੀ ਗੱਲ ਕੀਤੀ ਹੈ ਕਿ ਪਰਮੇਸ਼ਰ ਦੇ ਰਾਜ ਦੇ ਬਾਰੇ ਤੇ ਸਵਰਗ ਰਾਜ ਨੂੰ ਲੱਭੋ ਤੇ ਭਾਲੋ। Jesus' main priority was the kingdom of God. ਯਿਸੂ ਮਸੀਹ ਦੀ ਜਿਹੜੀ ਮੇਨ ਪਹਿਲੀ ਚੀਜ਼ ਸੀ ਉਹ ਕੀ ਸੀ? ਸਿਰਫ ਤੇ ਸਿਰਫ ਪਰਮੇਸ਼ਰ ਦਾ ਰਾਜ। Because when you are in the kingdom, everything will be okay. ਕਿਉਂਕਿ ਜਦੋਂ ਤੁਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਹੁੰਦੇ ਹੋ, ਹਰ ਇੱਕ ਚੀਜ਼ ਹੈ ਜਿਹੜੀ ਉਹ ਬਿਲਕੁਲ ਸਹੀ ਹੁੰਦੀ ਹੈ। Today, in today's world, ਅੱਜ ਦੀ ਦੁਨੀਆ ਦੇ ਵਿੱਚ most of us struggle because we do not want to give time for the kingdom work. ਕਿਉਂਕਿ ਅੱਜ ਅਸੀਂ ਆਪਣੀਆਂ ਦੁਨਿਆਵੀ ਚੀਜ਼ਾਂ ਦੇ ਵਿੱਚ ਥੋੜੀ ਜਿਹੀ ਕਦੇ-ਕਦੇ ਸਟਰਗਲ ਕਰਦੇ ਹੁੰਦੇ ਆਪਣੀ ਲਾਈਫ ਦੇ ਵਿੱਚ। ਕਿਉਂ? ਕਿਉਂਕਿ ਅਸੀਂ ਜਿਹੜੇ ਰਾਜ ਦੇ, ਜਿਹੜੇ ਪਰਮੇਸ਼ਰ ਦੇ ਰਾਜ ਦੇ ਕੰਮ ਹੁੰਦੇ ਉਹਨਾਂ ਨੂੰ ਨਹੀਂ ਕਰਨਾ। So today I want to encourage you. ਮੈਂ ਅੱਜ ਤੁਹਾਨੂੰ ਉਤਸ਼ਾਹਿਤ ਕਰਨਾ ਚਾਹ ਰਿਹਾ। The year 2021. ਜਿਹੜਾ 2021 ਸਾਲ ਹੈ, Put the priority in your life. ਕਿ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀ ਪ੍ਰਾਇੋਰਟੀ ਹੈ, ਅਹਿਮੀਅਤ ਹੈ, ਸਭ ਤੋਂ ਪਹਿਲੀ The kingdom of God. ਉਹ ਅਹਿਮੀਅਤ ਪਰਮੇਸ਼ਰ ਦੇ ਰਾਜ ਨੂੰ ਦੇਵੋ। Do you want to be fishers of men? ਕਿ ਤੁਸੀਂ ਚਾਹੁੰਦੇ ਹੋ ਤੁਸੀਂ ਮਨੁੱਖਾਂ ਦੇ ਸ਼ਿਕਾਰੀ ਬਣੋ। How many of you want to be in that situation? Yes, it's me. ਕਿੰਨੇ ਜਣੇ ਇਸ ਸਿਚੁਏਸ਼ਨ ਦੇ ਵਿੱਚੋਂ ਜਿਹੜੇ ਕਹਿ ਰਹੇ ਨੇ ਹਾਂ ਮੈਂ ਚਾਹੁੰਦਾ। It is not an easy decision. ਇਹ ਕੋਈ ਸੌਖਾ ਫੈਸਲਾ ਨਹੀਂ ਹੈਗਾ ਜਿਹੜਾ ਤੁਸੀਂ ਕਹਿ ਰਹੇ ਹੋ। It is a challenging decision. ਇਹ ਇੱਕ ਚੈਲੰਜ ਕਰਨ ਵਾਲਾ ਪੱਖ ਹੈ ਜਿਹੜਾ ਤੁਸੀਂ ਲੈ ਰਹੇ ਹੋ। Because in the world we have a lot of things, a lot of distractions and a lot of things which hold us there. ਸਾਡੀ ਦੁਨਿਆਵੀ ਚੀਜ਼ਾਂ ਦੇ ਵਿੱਚ, ਇਸ ਦੁਨੀਆ ਦੇ ਵਿੱਚ ਬਹੁਤ ਚੀਜ਼ਾਂ ਨੇ, ਬਹੁਤ ਧਿਆਨ ਭਟਕਾਉਣ ਵਾਲੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਉਹਨਾਂ ਚੀਜ਼ਾਂ ਤੋਂ ਰੋਕ ਦਿੰਦੀਆਂ ਨੇ। Because the kingdom of God only focuses on these good things.
not on those. ਕਿਉਂਕਿ ਜਿਹੜਾ ਪਰਮੇਸ਼ਰ ਦੇ ਰਾਜ ਦੇ ਲਈ ਅਗਰ ਕੁਝ ਕਰਨਾ ਹੈ ਤਾਂ ਜਿਹੜਾ ਤੁਹਾਡਾ ਧਿਆਨ ਹੈ ਉਹ ਸਿਰਫ ਤੇ ਸਿਰਫ ਕੀ ਹੈ, ਪ੍ਰਭੂ ਯਿਸੂ ਮਸੀਹ ਵੱਲ ਤੇ ਪਰਮੇਸ਼ਰ ਦੇ ਕੰਮਾਂ ਦੇ ਲਈ ਤੇ ਰਾਜ ਦੇ ਲਈ ਹੋਣਾ ਚਾਹੀਦਾ। So some people find that difficult. They cannot do that. ਕਈ ਮੇਰੇ ਭੈਣ ਭਰਾ ਇਦਾਂ ਦੇ ਜਿਹੜੇ ਉਹਨਾਂ ਤਕਲੀਫਾਂ ਨੂੰ ਲੱਭ ਲੈਂਦੇ ਆ ਕਿ ਅਸੀਂ ਨਹੀਂ ਕਰ ਸਕਦੇ। Amen. So now Amen. we are following what Jesus is saying. Let us go to chapter 6 in Matthew. ਤੇ ਹੁਣ ਦੇਖਾਂਗੇ ਕਿ ਯਿਸੂ ਮਸੀਹ ਕੀ ਕਹਿ ਰਹੇ ਨੇ ਮੱਤੀ ਦੀ ਅੰਜੀਲ 6, ਉਹਦਾ 6 chapter 6. Every one of you should read this chapter many times because there's a lot of information in this chapter. ਤੇ ਅਸੀਂ 6ਵੇਂ ਚੈਪਟਰ ਨੂੰ ਸਾਰੇ ਮੇਰੇ ਭੈਣਾਂ ਭਰਾਵਾਂ ਨੇ ਬੜੇ ਵਾਰ ਪੜ੍ਹਿਆ ਹੋਣਾ, ਬਹੁਤ ਵਾਰੀ ਪੜ੍ਹਿਆ ਹੋਣਾ, ਬਹੁਤ ਕੁਝ ਸਿੱਖਿਆ ਹੋਣਾ, ਬਹੁਤ ਕੁਝ ਦੇਖਿਆ ਹੋਣਾ ਇਹਦੇ ਵਿੱਚ। Okay, let us for today, because of time, let us look at verse 31. Matthew chapter 6 verse 31. ਸਮੇਂ ਦੀ ਬਦੌਲਤ ਅਸੀਂ ਸਮੇਂ ਦੇ ਕਾਰਨ ਅਸੀਂ ਸਾਰਾ ਨਹੀਂ ਪੜਾਂਗੇ, ਅਸੀਂ 6ਵੇਂ ਚੈਪਟਰ ਦੀ 31 ਆਇਤ ਦੇ ਵਿੱਚ ਜਾਵਾਂਗੇ। You see, when Jesus told Peter and his brother to follow me, they did not ask the question. ਜਦੋਂ ਪ੍ਰਭੂ ਯਿਸੂ ਮਸੀਹ ਨੇ ਪਤਰਸ ਤੇ ਦੇ ਭਰਾ ਅੰਦਰੇਸ ਨੂੰ ਕਿਹਾ ਸੀਗਾ ਕਿ ਮੇਰੇ ਪਿੱਛੇ ਆ ਜਾ, ਉਹਨਾਂ ਨੇ ਕੁਐਸਚਨ ਨਹੀਂ ਸੀ ਕੀਤਾ ਉਹਨਾਂ ਨੂੰ। What about our food? What about our house? What about our families? ਜਾਂ ਉਹਨਾਂ ਨੇ ਇਹ ਨਹੀਂ ਸੀ ਕਿਹਾ ਕਿ ਕੀ ਖਾਵਾਂਗੇ, ਕੀ ਪੀਵਾਂਗੇ, ਜਾਂ ਕਿੱਥੇ ਬੈਠਾਂਗੇ, ਜਾਂ ਸਾਡੇ ਘਰ ਦੇ ਕੀ ਕਹਿਣਗੇ, ਜਾਂ ਰਿਸ਼ਤੇਦਾਰ ਕੀ ਕਹਿਣਗੇ, ਉਹਨਾਂ ਨੇ ਕੁਝ ਨਹੀਂ ਪੁੱਛਿਆ। They followed and trusted Jesus. ਉਹਨਾਂ ਨੇ ਪੂਰਾ ਜਿਹੜਾ ਆਪਣਾ ਵਿਸ਼ਵਾਸ ਸੀ ਪ੍ਰਭੂ ਯਿਸੂ ਮਸੀਹ ਤੇ ਲਾਇਆ। So in verse 31 it says, so do not worry. ਜਿਵੇਂ 31 ਵਚਨ ਦੇ ਵਿੱਚ ਲਿਖਿਆ ਕਿ ਤੂੰ ਚਿੰਤਾ ਨਾ ਕਰ, saying what shall we eat or what shall we drink, ਕਿ ਕੀ ਅਸੀਂ ਖਾਵਾਂਗੇ ਜਾਂ ਕੀ ਅਸੀਂ ਪੀਵਾਂਗੇ, or what shall we wear, ਔਰ ਕੀ ਅਸੀਂ ਪਹਿਨਾਂਗੇ। for the pagans run after these things and your heavenly Father knows that you need them. ਕਿਉਂਕਿ ਪਰਾਈਆਂ ਕੌਮਾਂ ਦੇ ਲੋਕ ਤਾਂ ਇਹਨਾਂ ਸਭਨਾਂ ਵਸਤਾਂ ਨੂੰ ਭਾਲਦੇ ਹਨ, ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਤੁਹਾਨੂੰ ਇਹਨਾਂ ਸਭਨਾਂ ਵਸਤਾਂ ਦੀ ਲੋੜ ਹੈ। God knows exactly what you need before you can even pray and ask him. ਖੁਦਾ ਪਰਮੇਸ਼ਰ ਨੂੰ ਹਰ ਇੱਕ ਚੀਜ਼ ਦਾ ਪਤਾ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ, ਈਵਨ ਕਿ ਤੁਸੀਂ ਪ੍ਰਾਰਥਨਾ ਨਹੀਂ ਵੀ ਕੀਤੀ, ਉਹ ਪ੍ਰਾਰਥਨਾ ਤੋਂ ਪਹਿਲਾਂ ਹੀ ਜਾਣਦਾ। When you have small children, you know what they need. ਕਿਉਂਕਿ ਜਿਵੇਂ ਹੁਣ ਛੋਟਾ ਬੱਚਾ ਹੈ, ਉਹਨੂੰ ਬਿਹਤਰ ਹੈ, ਤੁਹਾਨੂੰ ਪਤਾ ਹੈ ਕਿ ਉਹ ਬੱਚੇ ਨੂੰ ਕੀ ਦੇਣਾ ਹੈ। So our heavenly Father knows exactly what you need on a day-to-day basis. ਇਸੇ ਤਰ੍ਹਾਂ ਸਾਡਾ ਸਵਰਗੀ ਪਿਤਾ ਹੈ, ਉਹਨੂੰ ਐਗਜ਼ੈਕਟਲੀ ਪੱਕਾ ਪਤਾ ਹੈ ਕਿ ਤੁਹਾਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਤੇ ਤੁਹਾਨੂੰ ਦੇਵੇਗਾ। Amen. So let's look at verse 33. ਹੁਣ ਅਸੀਂ 33 ਵਚਨ ਦੇ ਵਿੱਚ ਜਾਵਾਂਗੇ। You have heard this verse many times. ਇਸ ਵਰਸ ਨੂੰ ਤੁਸੀਂ ਬੜੇ ਵਾਰ ਪੜ੍ਹਿਆ ਤੇ ਜਾਣਿਆ ਹੋਊ, ਦੇਖਿਆ ਹੋਊ। It says, but seek first his kingdom. ਪਰ ਉਹਦੇ ਵਿੱਚ ਲਿਖਿਆ 33 ਦੇ ਵਿੱਚ, ਪਰ ਤੁਸੀਂ ਪਹਿਲਾਂ ਉਹਦੇ ਰਾਜ ਨੂੰ ਦੇਖੋ and his righteousness, ਤੇ ਉਹਦੇ ਧਰਮ ਨੂੰ ਪਾਲੋ, ਉਹਦੀ ਸੱਚਾਈ ਨੂੰ, and all these things will be given to you as well. ਜਦੋਂ ਤੁਸੀਂ ਇਹ ਕਰੋਗੇ ਤਾਂ ਜਿਹੜੀਆਂ ਚੀਜ਼ਾਂ ਦੀ ਤੁਹਾਨੂੰ ਜ਼ਰੂਰਤ ਆ ਉਹ ਆਪਣੇ ਆਪ ਹੀ ਤੁਹਾਨੂੰ ਦਿੱਤੀਆਂ ਜਾਣਗੀਆਂ। So this is what Jesus said to Peter, come, follow me. ਤੇ ਇਹੋ ਚੀਜ਼ ਸੀ ਜਿਹੜੀ ਪ੍ਰਭੂ ਯਿਸੂ ਮਸੀਹ ਨੇ ਪਤਰਸ ਨੂੰ ਕਹੀ ਸੀ ਤੇ ਉਹਨੇ ਫੋਲੋ ਕੀਤਾ। That was the first step, seeking the kingdom. ਇਹ ਪਹਿਲੀ ਕਦਮ ਹੈ ਜਿਹੜਾ ਸਾਡੀ ਜ਼ਿੰਦਗੀ ਦਾ, ਕਿ ਅਸੀਂ ਉਹਦੇ ਰਾਜ ਨੂੰ ਲੱਭੀਏ। Second was righteousness. ਤੇ ਦੂਜੀ ਚੀਜ਼ ਉਹਦੇ ਧਰਮ ਨੂੰ, ਉਹਦੀ ਸੱਚਾਈ ਨੂੰ। What does it mean? ਇਹਦਾ ਮਤਲਬ ਕੀ ਹੈ? Right standing with God. ਕਿ ਸਹੀ ਤਰੀਕੇ ਪਰਮੇਸ਼ਰ ਦੇ ਨਾਲ ਖੜੇ ਰਹਿਣਾ। Amen. So then, when you are in the kingdom, you're walking in righteousness, God will give you what you need. ਜਦੋਂ ਤੁਸੀਂ ਪਰਮੇਸ਼ਰ ਦੇ ਰਾਜ ਦੇ ਵਿੱਚ ਆ ਜਾਂਦੇ ਹੋ ਤੇ ਸੱਚਾਈ ਦੇ ਨਾਲ ਸਹੀ ਤਰੀਕੇ ਦੇ ਰਾਜ ਦੇ ਵਿੱਚ ਚੱਲਦੇ ਹੋ ਤਾਂ ਫਿਰ ਐਗਜ਼ੈਕਟਲੀ ਜੋ ਤੁਹਾਨੂੰ ਚਾਹੀਦਾ ਪਰਮੇਸ਼ਰ ਆਪਣੇ ਆਪ ਦਿੰਦਾ ਜਾਵੇ। ਹਾਲੇਲੂਇਆ। Jesus made this statement. He said this because he knew what you need to do. He's giving you instructions what you need to do. ਇਹ ਪ੍ਰਭੂ ਯਿਸੂ ਮਸੀਹ ਨੇ ਸਾਡੇ ਲਈ ਸਾਨੂੰ ਕਿਹਾ, ਉਹਨੂੰ ਪਤਾ ਸੀ ਕਿ ਕੀ ਕਹਿਣ ਦੀ ਜ਼ਰੂਰਤ ਹੈ, ਤਾਂ ਉਹਨੇ ਐਗਜ਼ੈਕਟਲੀ ਜੋ ਕਹਿਣਾ ਸੀ ਉਹਨੇ ਕਿਹਾ ਕਿ ਪਰਮੇਸ਼ਰ ਦੇ ਰਾਜ ਨੂੰ ਲੱਭੋ ਤੇ ਤੁਹਾਨੂੰ ਹਰ ਇੱਕ ਚੀਜ਼ ਦਿੱਤੀ ਜਾਵੇ। Amen. You can't say, okay, I'm seeking the kingdom, I've become a Christian. Sorry, tell me again, brother. Sometimes people say, fine, I've done the first thing, I've become a Christian. ਕਈ ਮੇਰੇ ਭੈਣ ਭਰਾ ਇਦਾਂ ਦੇ ਹੁੰਦੇ ਆ, ਉਹ ਕਹਿ ਦਿੰਦੇ ਆ ਕਿ ਮੈਂ ਪਹਿਲਾ ਕਦਮ ਲੈ ਲਿਆ, ਮੈਂ ਪਰਮੇਸ਼ਰ ਨੂੰ ਜਾਣ ਲਿਆ, ਪਰਮੇਸ਼ਰ ਦੇ ਵਿੱਚ ਆ। But they don't want to walk in righteousness. ਪਰ ਉਹ ਨਹੀਂ ਚਾਹੁੰਦੇ ਕਿ ਪਰਮੇਸ਼ਰ ਦੇ ਵਿੱਚ ਸਹੀ ਤਰੀਕੇ ਚੱਲਣ।
then they say nothing is happening in my life. God is not providing ਤੇ ਫਿਰ anything. ਉਹ ਜਦੋਂ free ਨਹੀਂ ਚੱਲ ਰਹੇ ਹੁੰਦੇ ਫਿਰ ਉਹ ਕੁਐਸਚਨ ਪੁੱਟ ਕਰਦੇ ਆ ਕਿ ਕੁਝ ਹੋ ਤਾਂ ਰਿਹਾ ਨਹੀਂ ਮੇਰੀ ਜ਼ਿੰਦਗੀ ਦੇ ਵਿੱਚ। If you follow step 1, step 2, rest will follow. ਤੇ ਜੇ ਤੁਸੀਂ ਕੀ ਹੈ ਸਟੈਪ ਇੱਕ ਚੀਜ਼ ਇੱਕ ਕਦਮ ਲੈਣੇ ਹੋ ਤੇ ਦੂਜਾ ਕਦਮ ਲੈਣੇ ਹੋ ਤਾਂ ਸਾਰੇ ਕੀ ਉਵੇਂ ਹੀ ਚੱਲਦੇ ਹੁੰਦਾ। That is what Jesus said. ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਤੁਹਾਨੂੰ ਉਹ ਕਦਮ ਨਾਲ ਕਦਮ ਮਿਲਾ ਕੇ ਚੱਲਣ ਦੀ ਕਹਿ I want you to ask yourself that question. ਮੈਂ ਤੁਹਾਡੀਆਂ ਜ਼ਿੰਦਗੀਆਂ ਨੂੰ ਇੱਕ ਕੁਐਸਚਨ ਕਰਨਾ ਚਾਹ ਰਿਹਾ, ਪ੍ਰਸ਼ਨ ਕਰਨਾ ਚਾਹ ਰਿਹਾ। Am I doing what Jesus told me to do? ਕੀ ਅਸੀਂ ਉਹ ਚੀਜ਼ਾਂ ਕਰ ਰਹੇ ਹਾਂ ਜੋ ਸਾਨੂੰ ਪ੍ਰਭੂ ਯਿਸੂ ਮਸੀਹ ਕਹਿ ਰਹੇ ਨੇ? Today, the new year, ਅੱਜ you ਨਵੇਂ have to ਸਾਲ ਦੇ make ਵਿੱਚ you have to make that decision to say, you know what? I am going to do what Jesus says for us to do. ਅੱਜ ਨਵੇਂ ਸਾਲ ਦੇ ਵਿੱਚ ਤੁਹਾਨੂੰ ਇੱਕ ਫੈਸਲਾ ਲੈਣ ਦੀ ਜ਼ਰੂਰਤ ਹੈ। ਤੇ ਉਹ ਫੈਸਲਾ ਤੁਸੀਂ ਕਹਿ ਸਕਦੇ ਹੋ ਪਰਮੇਸ਼ਰ ਨੂੰ ਕਿ ਪ੍ਰਭੂ ਯਿਸੂ ਮਸੀਹ ਅੱਜ ਮੈਂ ਉਹ ਚੀਜ਼ ਕਰਾਂਗਾ ਜਿਹੜੀ ਤੁਸੀਂ ਮੈਨੂੰ ਕਹੋਗੇ। When you do these things, 2021 will be such an amazing and a blessed year for you. ਤੇ ਜਦੋਂ ਤੁਸੀਂ ਇਹ ਫੈਸਲਾ ਜਿਹੜਾ ਲਵੋਗੇ ਤੇ ਫਿਰ ਜਿਹੜਾ 2021 ਸਾਲ ਆ ਤੁਹਾਡੀਆਂ ਜ਼ਿੰਦਗੀਆਂ ਦੇ ਲਈ ਤੇ ਤੁਹਾਡੇ ਲਈ ਉਹ ਬੜਾ ਵਧੀਆ ਤੇ ਅਮੇਜ਼ਿੰਗ ਹੋਵੇਗਾ। That's what Jesus taught us. Do this. And if we follow this in the right way, we ਇਹੋ will ਚੀਜ਼ see ਪ੍ਰਭੂ great ਯਿਸੂ things. ਮਸੀਹ ਨੇ ਕਹੀ ਸੀਗੀ ਉਹਦੇ ਚੇਲਿਆਂ ਨੂੰ, ਅਗਰ ਅਸੀਂ ਸਚਾਈ ਦੇ ਨਾਲ ਸਹੀ ਤਰੀਕੇ ਉਸ ਚੀਜ਼ਾਂ ਨੂੰ ਫੋਲੋ ਕਰਦੇ ਹਾਂ। For the year 2021, make the kingdom of God your priority. For the year 2021, make the kingdom of God your first priority. ਤੇ ਜਦੋਂ ਤੁਸੀਂ 2021 ਸਾਲ ਦੇ ਵਿੱਚ ਇਹ ਫੈਸਲਾ ਕਰੋਗੇ ਕਿ ਜਿਹੜਾ ਪਰਮੇਸ਼ਰ ਦਾ ਰਾਜ ਹੈ ਅਸੀਂ ਉਹਦੇ ਲਈ ਪਹਿਲਾਂ ਕੰਮ ਕਰਾਂਗੇ ਤੇ ਫਿਰ ਤੁਸੀਂ ਦੇਖਿਓ You will be on the right track. ਤੇ ਫਿਰ ਤੁਸੀਂ ਕੀ ਹੈ ਕਿ ਸਹੀ ਰਾਹ ਤੇ ਆ ਗਏ। The benefits of all this. ਹੁਣ ਉਹਦੇ ਲਾਭ ਦੱਸਣਗੇ ਪਾਸਟਰ ਜੀ ਕੀ ਹੋਣਗੇ ਜਦੋਂ ਸਹੀ। I was listening to some testimonies on Friday on that call. ਮੈਂ ਫਰਾਈਡੇ ਸਕਾਈਪ ਦੇ ਉੱਤੇ ਜਿਹੜੀ ਆਪਣੀ ਮੀਟਿੰਗ ਸੀ ਉਹਨਾਂ ਦੀਆਂ ਵੀਡੀਓ ਦੇ ਵਿੱਚ ਪਾਸਟਰ ਜੀ ਨੇ ਕੁਝ ਗਵਾਹੀਆਂ ਸੁਣੀਆਂ। So I want to talk about a couple of them. ਤੇ ਮੈਂ ਉਹਨਾਂ ਦੇ ਕੁਝ ਲੋਕ ਸੀ ਜਿਹਨਾਂ ਦੇ ਬਾਰੇ ਮੈਂ ਕੁਝ ਕਹਿਣਾ Just ਚਾਹੁੰਦਾ। for you to see what happens. ਮੈਂ ਸਿਰਫ ਤੁਹਾਨੂੰ ਕੁਝ ਦੱਸਣ ਦੇ ਲਈ ਦਿਖਾਉਣ ਦੇ ਲਈ ਦਿਖਾਵਾਂਗਾ ਕਿ ਉਹਨਾਂ ਨੇ ਆਪ ਗਵਾਹੀਆਂ ਦਿੱਤੇ ਸੀ ਕੀ ਹੋਇਆ। The first one was Harvinder, Auntie Harvinder. ਪਹਿਲੀ ਗਵਾਹੀ ਜਿਹੜੀ ਸੀ ਉਹ ਹਰਵਿੰਦਰ ਆਂਟੀ ਨੇ ਦਿੱਤੀ ਸੀਗੀ ਉਹ ਸਕਾਈ ਗਰੁੱਪ ਦੇ ਵਿੱਚ। I want you to see where she was in that year when she first got saved. ਤੁਸੀਂ ਦੇਖੋ ਕਿ ਕਿੱਥੇ ਸੀਗੀ ਉਹ ਜਦੋਂ ਪਹਿਲੀ ਹੀ ਸੀ ਉਹਨਾਂ ਦੇ ਪਰਿਵਾਰ ਤੋਂ ਜਿਹੜੀ ਬਚਾਈ ਗਈ ਸੀ। She was given to the kingdom of God 100%. ਕਿਉਂਕਿ ਉਹਨੇ ਪਰਮੇਸ਼ਰ ਦੇ ਰਾਜ ਲਈ ਆਪਣਾ 100% ਦਿੱਤਾ ਪਰਮੇਸ਼ਰ। I remember the first day when I met her. ਮੈਨੂੰ ਯਾਦ ਅੱਜ ਵੀ ਜਦੋਂ ਮੈਨੂੰ ਪਹਿਲੀ ਵਾਰੀ ਮਿਲਿਆ ਸੀਗਾ। She said, Palimentko, no problem. You can use my house. I will prepare food, do whatever you need here. ਤੇ ਉਹਨੇ ਉਸ ਦਿਨ ਕਿਹਾ ਸੀ ਕਹਿੰਦੀ ਤੁਸੀਂ ਮੇਰਾ ਘਰ ਯੂਜ਼ ਕਰੋ ਮੈਂ ਜਿੰਨੇ ਵੀ ਆਉਣਗੇ ਮੈਂ ਸਭ ਲਈ ਭੋਜਨ ਵੀ ਬਣਾਵਾਂਗੀ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਜਿੰਨਾ ਟਾਈਮ ਜਿੰਨੇ ਚਾਹਣੇ ਮੇਰੇ ਘਰ ਤੇ ਆ ਸਕਦੇ। She was ready to invest into the kingdom of God. ਕਿਉਂਕਿ ਉਸ ਸਮੇਂ ਉਸਨੇ ਕੀ ਹੈ ਇਨਵੈਸਟ ਕੀਤਾ ਆਪਣੇ ਆਪ ਨੂੰ ਸਮੇਂ ਨੂੰ ਉਸ ਚੀਜ਼ ਦੇ ਵਿੱਚ ਪਰਮੇਸ਼ਰ ਦੇ ਰਾਜ ਦੇ ਵਿੱਚ। What were the benefits she saw after that? ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਉਸ ਚੀਜ਼ ਦਾ ਲਾਭ ਕੀ ਮਿਲਿਆ ਉਸਨੂੰ। You started to see her family getting saved. ਤੇ ਤੁਸੀਂ ਦੇਖੋ ਉਸ ਦਾ ਲਾਭ ਕੀ ਹੋਇਆ ਉਹਦਾ ਜਿਹੜਾ ਪੂਰਾ ਪਰਿਵਾਰ ਸੀ ਉਹ ਮਸੀਹ ਦੇ ਵਿੱਚ ਆ ਗਿਆ। Rani, Sonu was a tough situation. ਰਾਣੀ ਸੋਨੂ ਤੁਸੀਂ ਦੇਖ ਸਕਦੇ ਹੋ ਜਿਹੜਾ ਸੋਨੂ ਸੀ ਉਹ ਬਹੁਤ ਮੁਸ਼ਕਲ ਭਰਿਆ ਸੀਗਾ ਸਭ ਦੇ ਲਈ। Today, I am excited to see him on fire for kingdom of God. ਪਰ ਅੱਜ ਅਸੀਂ ਉਹਨੂੰ ਦੇਖ ਰਹੇ ਹਾਂ ਉਸ ਪਰਮੇਸ਼ਰ ਦੀ ਅੱਗ ਦੇ ਨਾਲ ਭਰਿਆ ਹੋਇਆ ਦੇਖ ਰਹੇ ਹਾਂ। Then you saw rest of the sons, Rajveer, his brothers in India, all got saved, all came into the kingdom. ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਰਾਜਵੀਰ ਉਹਦਾ ਮੁੰਡਾ ਤੇ ਜਿਹੜੇ ਇੰਡੀਆ ਦੇ ਵਿੱਚ ਉਹਦੇ ਲੜਕੇ ਨੇ ਸਾਰੇ ਹੀ ਉਹ ਕੀ ਹੈ ਪਰਮੇਸ਼ਰ ਦੇ ਵਿੱਚ ਆ ਗਏ। Even on Friday, I heard her testimony that she got a new job and everything is well. ਤੇ ਇੱਕ ਹੋਰ ਵੀ ਗਵਾਹੀ ਉਹਦੀ ਕਿ ਮੈਂ ਉਹਨੂੰ ਇੱਕ ਨਵਾਂ ਕੰਮ ਵੀ ਮਿਲ ਗਿਆ ਉਹ ਕੰਮ ਵੀ ਇੰਨਾ ਕੁ ਵਧੀਆ ਹੈ ਜਿੱਥੇ ਉਹਨੂੰ ਹਰ ਇੱਕ ਚੀਜ਼ ਮਿਲ ਰਹੀ ਹੈ। Yes, because what you make happen for others, God will make happen for you. ਕਿਉਂਕਿ ਜਿਹੜਾ ਕੁਝ ਤੁਸੀਂ ਪਰਮੇਸ਼ਰ ਦੇ ਲਈ ਕਰੋਗੇ ਜੋ ਤੁਸੀਂ ਦਿਲ ਨਾਲ ਕਰੋਗੇ ਉਹੀ ਚੀਜ਼ ਦੀ ਕੀ ਹੈ ਹੈਪਨ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਣੀ ਵੀ ਸ਼ੁਰੂ ਹੋ ਜਾਊਗੀ। She put the kingdom of God first and God began to bless her. ਕਿਉਂਕਿ ਉਹਨੇ ਕੀ ਹੈ ਪਰਮੇਸ਼ਰ ਦੇ ਰਾਜ ਨੂੰ ਪਹਿਲ ਦੇਣੀ ਸ਼ੁਰੂ ਕੀਤੀ ਤੇ ਉਹ ਸਾਰੀਆਂ ਚੀਜ਼ਾਂ ਫਿਰ ਕੀ ਪਰਮੇਸ਼ਰ ਨੇ ਵੀ ਦੇਣੀ ਸ਼ੁਰੂ ਕਰ ਦਿੱਤੀ।
Amen. Second testimony was about David, the winder. ਹਾਂ ਦੂਜੀ ਗਵਾਹੀ ਬ੍ਰਦਰ ਡੇਵਿਡ ਦੇ ਬਾਰੇ ਹੈ, ਮੇਰੇ ਬਾਰੇ ਹੈ। Yeah, he serves the Lord. He does ਮੈਂ everything. ਪਰਮੇਸ਼ਰ ਦੇ ਰਾਜ ਨੂੰ ਸਰਵ ਕਰ ਰਿਹਾ ਇਸ ਲਈ। I talk personally from my life. ਮੈਂ ਪਰਸਨਲੀ ਆਪਣੀ ਲਾਈਫ ਦੇ ਵਿੱਚੋਂ ਦੱਸ ਰਿਹਾ। When I come to Cyprus, ਜਦੋਂ ਮੈਂ ਸਾਈਪਰਸ ਦੇ ਵਿੱਚ ਆਇਆ ਸੀ, he picks me up, he drops me, he does a lot of things. ਉਹ ਮੈਨੂੰ ਲੈ ਕੇ ਜਾਂਦਾ, ਮੈਨੂੰ ਛੱਡ ਕੇ ਜਾਂਦਾ, ਉਹ ਬਹੁਤ ਕੁਝ ਕਰਦਾ ਮੇਰੇ ਲਈ ਸਾਈਪਰਸ ਦੇ ਵਿੱਚ। Because when the London team comes to Cyprus, they come representing the kingdom of God. ਕਿਉਂਕਿ ਜਿਹੜੇ ਲੰਡਨ ਤੋਂ ਟੀਮ ਆਉਂਦੀ ਹੈ, ਉਹ ਕਿਸ ਤਰ੍ਹਾਂ ਦੀ ਆਉਂਦੀ ਹੈ ਕਿ ਉਹ ਪਰਮੇਸ਼ਰ ਦੇ ਰਾਜ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਆ, ਪ੍ਰਭੂ ਯਿਸੂ ਮਸੀਹ ਨੂੰ ਰਿਪਰੈਜ਼ੈਂਟ ਕਰ ਰਹੇ ਹੁੰਦੇ ਆ। ਉਹਦੇ ਕੰਮਾਂ ਲਈ ਆਏ। So David began to invest in the kingdom of God. ਤੇ ਫਿਰ ਡੇਵਿਡ ਕੀ ਹੈ, ਉਸ ਚੀਜ਼ ਨੂੰ ਕੀ ਹੈ, ਇਨਵੈਸਟ ਕਰਦਾ, ਉਸ ਸਮੇਂ ਨੂੰ ਆਪਣੇ ਨੂੰ ਉਸ ਚੀਜ਼ ਦੇ ਵਿੱਚ ਦਿੰਦਾ। And then you saw the testimony where his visa was expiring in this end of this month, and it got extended for another 6 months. ਤੇ ਤੁਸੀਂ ਫਿਰ ਉਹ ਗਵਾਹੀ ਦੇਖੀ ਹੈ ਕਿ ਜਿਹੜਾ ਦਾ ਵੀਜ਼ਾ ਸਿਰਫ ਜਨਵਰੀ ਤੱਕ ਦਾ ਹੀ ਸੀਗਾ, ਜਿਹਦੀ ਕੋਈ ਉਮੀਦ ਨਹੀਂ ਸੀ, ਉਹ ਵੀਜ਼ਾ ਆਟੋਮੈਟਿਕਲੀ ਹੀ ਜੂਨ ਤੱਕ ਦਾ ਚਲਾ ਗਿਆ। How did that happen? ਉਹ ਹੈਪਨ ਜਿਹੜੀ ਇਹ ਕਿੱਦਾਂ ਹੋਈ? God made it possible. ਕਿਉਂਕਿ ਪਰਮੇਸ਼ਰ ਨੇ ਉਸ ਚੀਜ਼ ਨੂੰ ਮੁਮਕਿਨ ਕੀਤਾ। This was not David's plan, was God's plan to bless him. ਇਹ ਮੇਰਾ ਕੋਈ ਆਪਦਾ ਪਲਾਨ ਨਹੀਂ ਸੀਗਾ, ਇਹ ਪਰਮੇਸ਼ਰ ਦਾ ਪਲਾਨ ਹੈ ਮੇਰੇ ਲਈ। Amen. Amen. Let me go one more testimony I heard was Aman and Raman. ਤੇ ਇੱਕ ਗਵਾਹੀ ਮੈਂ ਹੋਰ ਦੇਖਣੀ ਚਾਹਾਂਗਾ ਅਮਨ ਤੇ ਰਮਨ ਦੀ। Every time I come to Cyprus, they always invite me to their house for food. ਤੇ ਜਦੋਂ ਵੀ ਮੈਂ ਸਾਈਪਰਸ ਦੇ ਵਿੱਚ ਆਉਣਾ ਤੇ ਉਹ ਮੈਨੂੰ ਹਮੇਸ਼ਾ ਹੀ ਇਨਵਾਈਟ ਕਰਦੇ ਆਪਣੇ ਘਰੇ ਭੋਜਨ ਦੇ ਲਈ। I never say no because Raman's cooking is good. ਤੇ ਮੈਂ ਕਦੇ ਵੀ ਉਸ ਨੂੰ ਨਾ ਨਹੀਂ ਕੀਤੀ ਹੈਗੀ, ਕਿਉਂਕਿ ਉਹ ਜਿਹੜਾ ਭੋਜਨ ਬਹੁਤ ਸਵਾਦ ਬਣਾਉਂਦੀ ਹੈ। They look after the kingdom people. ਕਿਉਂਕਿ ਉਹ ਜਿਹੜੇ ਕੀ ਹੈ ਦੇਖ ਰਹੇ ਨੇ ਪਿੱਛੇ ਮੁੜ ਕੇ, ਜਿਹੜੇ ਪਰਮੇਸ਼ਰ ਦੇ ਬੰਦੇ ਨੇ ਉਹਦੇ ਰਾਜ ਲਈ ਜਿਹੜੇ ਕੰਮ ਕਰ ਰਹੇ ਉਹਨਾਂ ਨੂੰ ਦੇਖ ਰਹੇ ਆ। So you see the benefits when Aman gave the testimony that they increased his salary at his work. ਤੇ ਤੁਸੀਂ ਫਿਰ ਦੇਖੀ ਉਸ ਚੀਜ਼ ਦੀ ਗਵਾਹੀ ਵੀ ਦੇਖੀ ਜਦੋਂ ਅਮਨ ਬ੍ਰਦਰ ਨੇ ਦਿੱਤੀ ਕਿ ਉਹਦੀ ਜਿਹੜੀ ਸੈਲਰੀ ਸੀ ਉਹ ਵਧਾਈ ਗਈ ਹੈ ਉਹਦੇ ਮਾਲਕ ਦੇ ਵੱਲੋਂ। All this happens because when you make happen for somebody else, when you do something for somebody else, God will do that for you. ਇਹ ਸਭ ਚੀਜ਼ਾਂ ਇਸੇ ਕਰਕੇ ਹੋ ਰਹੀਆਂ ਨੇ, ਜਦੋਂ ਤੁਸੀਂ ਪਰਮੇਸ਼ਰ ਦੇ ਬੰਦਿਆਂ ਦੇ ਲਈ ਕੁਝ ਕਰਦੇ ਹੋ, ਪਰਮੇਸ਼ਰ ਲਈ ਕੁਝ ਕਰਦੇ ਹੋ, ਤੇ ਫਿਰ ਉਹ ਚੀਜ਼ਾਂ ਦੀ ਹੈਪਨ ਹੈ ਜਿਹੜੀ ਬਦਲਾਅ ਉਹ ਤੁਹਾਡੀ ਜ਼ਿੰਦਗੀ 'ਚ ਵੀ ਆਉਂਦੀ ਹੈ। So your priority for this year is start to work for the kingdom. ਤੇ ਇਸ ਸਮੇਂ ਦੇ ਵਿੱਚ ਜਿਹੜੀ ਤੁਹਾਡੀ ਪਹਿਲੀ ਪਹਿਲ ਹੋਣੀ ਜ਼ਰੂਰੀ ਹੈ ਇਸ ਸਾਲ ਦੇ ਵਿੱਚ, ਉਹ ਪਰਮੇਸ਼ਰ ਦੇ ਰਾਜ ਦੇ ਲਈ ਹੋਣੀ ਜ਼ਰੂਰੀ ਹੈ। Help people. ਮਦਦ ਕਰੋ ਲੋਕਾਂ ਦੀ। You will see God helping you. ਤੇ ਫਿਰ ਤੁਸੀਂ ਦੇਖੋਗੇ ਪਰਮੇਸ਼ਰ ਤੁਹਾਡੀ ਵੀ ਮਦਦ ਕਰੇਗਾ। Now for the year 2021, what has God for you? ਅੱਜ ਸਾਲ 2021 How will you know what God has for you? ਤੁਹਾਨੂੰ ਕਿਵੇਂ ਪਤਾ ਚੱਲੂਗਾ ਕਿ ਪਰਮੇਸ਼ਰ ਦਾ ਕੀ ਪਲਾਨ ਹੈ ਤੁਹਾਡੇ ਲਈ 2021 ਸਾਲ ਦੇ ਵਿੱਚ? Some people are waiting to hear this big voice. ਕਈ ਮੇਰੇ ਭੈਣ ਭਰਾ ਇਦਾਂ ਦੇ ਹੁੰਦੇ ਜਿਹੜੇ ਚਾਹੁੰਦੇ ਕਿ ਇੱਕ ਵੱਡੀ ਸਾਰੀ ਆਵਾਜ਼ ਆਵੇ ਸਾਡੇ ਲਈ। God speaks when you spend time reading his word. ਪਰਮੇਸ਼ਰ ਉਸ ਸਮੇਂ ਗੱਲ ਕਰਦਾ ਜਦੋਂ ਤੁਸੀਂ ਉਸ ਦੇ ਨਾਲ ਟਾਈਮ ਸਪੈਂਡ ਕਰਦੇ ਹੋ, ਤੇ ਵਚਨ ਨੂੰ ਪੜ੍ਹਦੇ ਹੋ, ਪ੍ਰਾਰਥਨਾ ਤੇ ਕਰਦੇ ਹੋ। So be active in reading your Bible, studying your Bible, meditating on your Bible, putting that Bible into practice. ਤੇ ਫਿਰ ਕੀ ਹੈ, ਤੁਸੀਂ ਅੱਜ ਤੋਂ ਇਸ ਚੀਜ਼ ਨੂੰ ਦੇਖੋ, ਇਸ ਵਚਨ ਨੂੰ ਪੜ੍ਹੋ, ਬਾਈਬਲ ਨੂੰ ਪੜ੍ਹੋ, ਦੇਖੋ, ਚੱਕੋ, ਉਸਦੇ ਉੱਤੇ ਧਿਆਨ ਲਾਓ ਆਪਣਾ ਪੂਰਾ, ਉਹਦੀ ਸਟੱਡੀ ਕਰੋ, ਤੇ ਫਿਰ ਕੀ ਉਹਨੂੰ ਕੀ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟੀਕਲੀ ਵੀ ਪਾਓ। Be in prayer all the time. Be in prayer. ਹਰ ਸਮੇਂ ਪ੍ਰਾਰਥਨਾ ਦੇ ਵਿੱਚ ਰਹੋ। Because prayer is communication to God. ਕਿਉਂਕਿ ਜਿਹੜੀ ਪ੍ਰਾਰਥਨਾ ਉਹ ਇੱਕ ਗੱਲਬਾਤ ਕਰਨ ਦਾ ਤਰੀਕਾ ਹੈ ਪਰਮੇਸ਼ਰ ਦੇ ਨਾਲ। If you are not talking to your Father, how do you know what he's going to say to you? ਜੇ ਤੁਸੀਂ ਆਪਣੇ ਪਿਤਾ ਦੇ ਨਾਲ ਗੱਲਬਾਤ ਨਹੀਂ ਕਰੋਗੇ ਤਾਂ ਤੁਹਾਨੂੰ ਕੀ ਪਤਾ ਲੱਗੂ ਤੁਹਾਡਾ ਪਿਤਾ ਕੀ ਕਹਿਣਾ ਚਾਹ ਰਿਹਾ ਹੈ? If David only talks to Raman, his wife, 1 minute a day, ਜੇ ਹੁਣ ਜਿਹੜਾ ਡੇਵਿਡ ਆਪਣੀ ਘਰ ਵਾਲੀ ਦੇ ਨਾਲ, ਰਮਨ ਦੇ ਨਾਲ ਸਿਰਫ 1 ਮਿੰਟ ਹੀ ਗੱਲ ਕਰੇ ਦਿਨ ਦੇ ਵਿੱਚ ਪੂਰੇ ਚ, will he know what she wants? Will he know what her issues are, her problems are, what she wants to tell him? ਤੇ ਕੀ ਫਿਰ ਤੁਹਾਨੂੰ ਉਹਨੂੰ ਦਵਿੰਦਰ ਨੂੰ ਕੀ ਪਤਾ ਲੱਗੂਗਾ ਕਿ ਉਹਦੀ ਘਰ ਵਾਲੀ ਨੂੰ ਕੀ ਪ੍ਰੋਬਲਮ ਹੈ ਜਾਂ ਕੀ ਉਹ ਚਾਹੁੰਦੀ ਹੈ ਉਹ ਤੋਂ, ਜਾਂ ਕੀ ਗੱਲਬਾਤ, ਉਹਨੂੰ ਕੁਝ ਨਹੀਂ ਪਤਾ ਚੱਲੂਗਾ। The more he talks to her, the more he gets to know.
ਜਿੰਨੀ ਉਹ ਗੱਲਬਾਤ ਕਰੂਗਾ ਉਹਦੇ ਨਾਲ ਉਨਾ ਹੀ ਉਹਨੂੰ ਪਤਾ ਚੱਲੂਗਾ ਉਹਦੇ ਬਾਰੇ ਕਿ ਹਾਂ ਉਹ ਕੀ ਚਾਹੁੰਦੀ ਹੈ। Same way with the Father. We talk more to God, He will talk to us. ਇਸੇ ਤਰ੍ਹਾਂ ਸਾਡਾ ਸਵਰਗੀ ਪਿਤਾ, ਜਿੰਨੀ ਅਸੀਂ ਉਹਦੇ ਨਾਲ ਗੱਲਬਾਤ ਕਰਾਂਗੇ ਉਨਾ ਹੀ ਉਹ ਸਾਡੇ ਨਾਲ ਗੱਲਬਾਤ ਕਰਕੇ ਸਾਨੂੰ ਦੱਸੇਗਾ। And also obey the truth. The truth is the word of God. What the word of God says, obey that. ਉਸ ਚੀਜ਼ ਨੂੰ ਅਬੇ ਕਰੋ, ਉਸ ਨੂੰ ਜਾਣੋ, ਉਸ ਚੀਜ਼ ਨੂੰ ਜਾਗਰੂਕਤਾ ਦੇ ਵਿੱਚ ਲਿਆਓ ਜੋ ਪਰਮੇਸ਼ਰ ਦੀ ਸੱਚਾਈ ਹੈ ਉਸ ਚੀਜ਼ ਨੂੰ। And what God says to you, whatever command He gives you, put that into your heart and begin to work with it. ਜੋ ਵੀ ਪਰਮੇਸ਼ਰ ਤੁਹਾਨੂੰ ਹੁਕਮ ਦਿੰਦਾ ਹੈ ਉਸ ਚੀਜ਼ ਨੂੰ ਆਪਣੇ ਦਿਲ ਦੇ ਵਿੱਚ ਪਾਓ ਤੇ ਉਸ ਚੀਜ਼ ਦੇ ਉੱਤੇ ਕੰਮ ਕਰੋ ਫਿਰ। Also find some godly people. ਤੇ ਇੱਕ ਹੋਰ ਗੱਲ ਕਿ ਜਿਹੜੇ ਪਰਮੇਸ਼ਰ ਦੇ ਮਸੀਹ ਭੈਣ ਭਰਾ ਨੇ ਉਹਨਾਂ ਨੂੰ ਲੱਭੋ ਵੱਧ ਤੋਂ ਵੱਧ। People that will encourage you, not discourage you. ਉਹਨਾਂ ਲੋਕਾਂ ਨੂੰ ਲੱਭੋ ਜਿਹੜੇ ਤੁਹਾਨੂੰ ਉਤਸ਼ਾਹਿਤ ਕਰਨ, ਨਾ ਕਿ ਤੁਹਾਨੂੰ ਡਿਸਕਰੇਜ ਕਰਨ, ਕਿ ਤੁਹਾਨੂੰ ਹਟਾਉਣ ਉਹਨਾਂ ਚੀਜ਼ਾਂ ਨੂੰ। People that encourage you are good for you. ਪੀਪਲ ਜਿਹੜੇ ਤੁਹਾਨੂੰ ਬੰਦੇ ਜਿਹੜੇ ਭੈਣ ਭਰਾ ਤੁਹਾਨੂੰ ਉਤਸ਼ਾਹਿਤ ਕਰਨਗੇ ਉਹ ਤੁਹਾਡੇ ਲਈ ਸਹੀ ਹੋਵੇਗਾ। So when you start to do a lot of these things, praying, reading your Bible, God will begin to speak to you. ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰਨੀਆਂ ਸ਼ੁਰੂ ਕਰ ਦੇਵੋਗੇ, ਪ੍ਰਾਰਥਨਾ ਦੇ ਵਿੱਚ, ਵਚਨ ਦੇ ਵਿੱਚ ਰਹੋਗੇ, ਤਾਂ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦੇਵੇਗਾ। Because God told Joshua in the book of Joshua, He told him, ਜਦੋਂ ਅਸੀਂ ਪੁਰਾਣੇ ਨੇਮ ਦੇ ਵਿੱਚ ਯਸ਼ੋਆ ਦੀ ਕਿਤਾਬ ਪੜ੍ਹਦੇ ਹਾਂ ਤਾਂ He ਉਸ told ਸਮੇਂ him, ਪਰਮੇਸ਼ਰ ਨੇ meditate upon my word. ਕੀ ਹੈ? ਮੇਰੇ ਵਚਨ ਦੇ ਉੱਤੇ ਕੀ ਹੈ? ਕੰਮ ਕਰ। Yeah, do not let this book out of your mouth. Do not leave. Stay in it. Focus on it. ਉਹਨੇ ਕਿਹਾ ਸੀਗਾ ਪਰਮੇਸ਼ਰ ਨੇ ਯਸ਼ੋਆ ਨੂੰ ਕਿ ਇਸ ਬੁੱਕ ਨੂੰ ਕਿ ਆਪਣੇ ਤੋਂ ਦੂਰ ਨਾ ਕਰ, ਇਹਦੇ ਤੇ ਪੂਰਾ ਧਿਆਨ ਲਾ। There is a reason why God told him. ਇਹਦਾ ਕੋਈ ਕਾਰਨ ਸੀ ਜੋ ਪਰਮੇਸ਼ਰ ਨੇ ਉਹਨੂੰ ਇਹ ਚੀਜ਼ So ਕਹੀ। if we do the same thing, we will hear from God more quickly. ਤੇ ਜੇ ਅਸੀਂ ਵੀ ਉਹਨਾਂ ਸਾਰੀਆਂ ਚੀਜ਼ਾਂ ਦੇ ਜੋ ਉਹਨਾਂ ਨੇ ਯਸ਼ੋਆ ਨੇ ਕੀਤੀ ਅਸੀਂ ਵੀ ਕਰਾਂਗੇ, ਇਸ ਚੀਜ਼ ਤੇ ਧਿਆਨ ਲਾਵਾਂਗੇ, ਤਾਂ ਅਸੀਂ ਉਹੀ ਚੀਜ਼ਾਂ ਕਿ ਪਰਮੇਸ਼ਰ ਤੋਂ ਆਵਾਜ਼ ਦੇ ਰਾਹੀਂ ਸੁਣਾਂਗੇ ਵੀ। So if you want to know what God has for you in 2021, ਅਗਰ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਜਾਣਨਾ ਚਾਹੁੰਦੇ ਹੋ ਤੁਹਾਡੇ ਲਈ 2021 ਸਾਲ ਦੇ ਵਿੱਚ you ਪਰਮੇਸ਼ਰ ਦਾ have ਕੀ to ਹੈ, walk in obedience to His word. ਤਾਂ ਤੁਹਾਨੂੰ ਜਾਗਰੂਕਤਾ ਦੇ ਨਾਲ ਜਾਣਨ ਦੀ ਜ਼ਰੂਰਤ ਹੈ ਜੋ ਤੁਹਾਨੂੰ ਕਹਿ ਰਿਹਾ ਹੈ। When you're doing what He has called you to do, automatically you will hear. ਤੇ ਜਦੋਂ ਤੁਹਾਨੂੰ ਜੋ ਪਰਮੇਸ਼ਰ ਕਹਿ ਰਿਹਾ, ਅਗਰ ਤੁਸੀਂ ਉਹ ਚੀਜ਼ਾਂ ਨੂੰ ਕਰਨੀ ਸ਼ੁਰੂ ਕਰ ਦੇਵੋਗੇ, ਫਿਰ ਆਪਣੇ ਆਪ ਹੀ ਪਰਮੇਸ਼ਰ ਤੁਹਾਡੇ ਨਾਲ ਗੱਲਬਾਤ ਕਰੇਗਾ। For instance, David, you're driving. ਜਿਵੇਂ ਕਿ ਦਵਿੰਦਰ ਤੂੰ ਗੱਡੀ ਚਲਾ ਰਿਹਾ, You get in the car and you know what to do. You just go. ਤੇ ਹੁਣ ਤੈਨੂੰ ਪਤਾ ਜਦੋਂ ਤੂੰ ਗੱਡੀ 'ਚ ਬੈਠੇਗਾ ਕਿ ਤੈਨੂੰ ਕੀ ਕਰਨ ਦੀ ਜ਼ਰੂਰਤ ਹੈ, ਤੂੰ ਚਲਾ ਸਟਾਰਟ ਕਰੇਗਾ, ਗਿਰ ਪਾਏਗਾ, ਚਲਾ ਜਾਏਗਾ। If a new person sits in the car, he won't know. A brand new person who doesn't know how to drive, what will he do? ਜੇ ਹੁਣ ਕੋਈ ਨਵਾਂ ਭੈਣ ਭਰਾ ਜਿਹਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਜਦੋਂ ਗੱਡੀ 'ਚ ਬੈਠੂ ਉਹਨੂੰ ਪਤਾ ਹੀ ਨਹੀਂ ਕੀ ਕਰਨਾ ਹੈ, ਉਹਦੇ ਲਈ ਸਭ ਕੁਝ ਨਵਾਂ ਹੈ। So the same thing is when you're in the doing the things of God, automatically you will hear God tell you, do this, do this. ਇਹੋ ਚੀਜ਼ ਹੈ ਜਦੋਂ ਤੁਸੀਂ ਉਹਦੇ ਨਾਲ ਸਮਾਂ ਸਪੈਂਡ ਕਰੋਗੇ ਪਰਮੇਸ਼ਰ ਦੇ ਨਾਲ, ਤਾਂ ਆਟੋਮੈਟਿਕਲੀ ਹੀ ਆਪਣੇ ਆਪ ਹੀ ਤੁਹਾਨੂੰ ਕੀ ਹੈ ਪਰਮੇਸ਼ਰ ਗੱਲਬਾਤ ਕਰਨੀ ਤੁਹਾਡੇ ਨਾਲ ਸ਼ੁਰੂ ਕਰ ਦੇਵੇਗਾ। Serving, being of service in the kingdom of God is very important. ਕਿ ਪਰਮੇਸ਼ਰ ਦੇ ਰਾਜ ਦੇ ਵਿੱਚ ਉਹਨੂੰ ਸਰਵ ਕਰਦੇ ਰਹੋ, ਉਹਦੇ ਰਾਜ ਦੇ ਵਿੱਚ ਰਹਿ ਕੇ। Jesus said, I came to serve, not to be served. ਪ੍ਰਭੂ ਯਿਸੂ ਮਸੀਹ ਨੇ ਕਿਹਾ ਸੀ ਕਿ ਮੈਂ ਸੇਵਾ ਕਰਨ ਆਇਆ, ਗੁਰੂ ਬਣਨ ਨਹੀਂ। So today I'm speaking to people in House of Glory Church. How ਅੱਜ ਮੈਂ ਉਹਨਾਂ ਸਾਰੇ ਭੈਣਾਂ ਭਰਾਵਾਂ ਨਾਲ ਗੱਲਬਾਤ ਕਰ ਰਿਹਾ ਜਿਹੜੇ much ਹਾਊਸ ਆਫ ਗਲੋਰੀ ਚਰਚ do you serve the kingdom of God? ਕਿੰਨੇ ਮਨੋ ਆਪਣੀ ਤੁਸੀਂ ਸੇਵਾ ਭਾਵਨਾ ਦੇ ਨਾਲ ਪਰਮੇਸ਼ਰ ਨੂੰ ਸਰਵ ਕਰ ਰਹੇ ਹੋ। I spoke about certain testimonies. There are people from House of Glory Church. ਇਹ ਜਿੰਨੇ ਵੀ ਮੇਰੇ ਭੈਣਾਂ ਭਰਾਵਾਂ ਦੀ ਮੈਂ ਗਵਾਹੀਆਂ ਸ਼ੇਅਰ ਕੀਤੀਆਂ, ਇਹ ਸਾਰੇ ਹਾਊਸ ਆਫ ਗਲੋਰੀ ਚਰਚ ਦੇ ਮੈਂਬਰ ਨੇ। For you to see how God works. ਤੁਸੀਂ ਦੇਖੋ, ਮੈਂ ਸਿਰਫ ਇਹ ਦਿਖਾਉਣ ਦੇ ਲਈ ਕਿ ਕਿੱਦਾਂ ਪਰਮੇਸ਼ਰ ਕੰਮ ਕਰ ਰਿਹਾ ਉਹਨਾਂ ਦੀ ਲਾਈਫ ਦੇ। You start to follow these principles, and by the end of the year, you will have so many testimonies. ਇਹਨਾਂ ਸਾਰੇ ਸਿਧਾਂਤਾਂ ਦੇ ਉੱਤੇ ਜਦੋਂ ਤੁਸੀਂ ਕੰਮ ਕਰੋਗੇ ਤਾਂ ਇਹ 2021 ਸਾਲ ਦੇ ਖਤਮ ਹੋਣ ਤੋਂ ਪਹਿਲਾਂ ਤੁਸੀਂ ਆਪਣੀ ਜ਼ਿੰਦਗੀਆਂ ਦੇ ਵਿੱਚ ਵੱਡੇ ਕੰਮ ਦੇਖੋਗੇ। You need to have a passion for the kingdom of God. ਤੁਹਾਨੂੰ ਉਸ ਚੀਜ਼ ਦੇ ਲਈ ਇੱਕ ਫੈਸ਼ਨ ਹੋਣਾ ਚਾਹੀਦਾ, ਉਸ ਚੀਜ਼ ਦੇ ਲਈ ਕਿ ਹਾਂ ਸਾਡੇ ਵੀ ਹਾਂ ਮੈਂ ਇਹ ਚੀਜ਼ ਨੂੰ ਕਰਨਾ ਹੈ। Passion for souls. ਕਿ ਮੈਂ ਜ਼ਿੰਦਗੀਆਂ ਨੂੰ ਬਚਾਉਣਾ, ਉਸ ਚੀਜ਼ ਦੇ ਲਈ ਤੁਹਾਡੀ ਭੁੱਖ ਹੋਣੀ ਜ਼ਰੂਰੀ ਹੈ। How many people can I share the gospel to? ਕਿ ਕਿੰਨੇ ਜਣਿਆਂ ਨੂੰ ਮੈਂ ਕੀ ਹੈ ਪਰਮੇਸ਼ਰ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਾਂਗਾ, ਦੱਸਾਂਗਾ। But your life has to reflect Jesus. ਪਰ ਉਸ ਚੀਜ਼ ਨੂੰ ਕਰਨ ਤੋਂ ਪਹਿਲਾਂ ਤੁਹਾਡੀ ਜਿਹੜੀ ਲਾਈਫ ਹੈ, ਜਿਹੜੀ ਜ਼ਿੰਦਗੀ ਹੈ,
ਉਹ ਪ੍ਰਭੂ ਯਿਸੂ ਮਸੀਹ ਵਰਗੀ ਹੋਣੀ ਜ਼ਰੂਰੀ ਹੈ, because they will watch your life. ਕਿਉਂਕਿ ਉਹ ਤੁਹਾਡੀ ਜ਼ਿੰਦਗੀ ਨੂੰ ਦੇਖਣਗੇ ਕਿ ਤੁਸੀਂ ਕੀ ਕਰ ਰਹੇ ਹੋ। If your life is not right, you cannot tell them about Jesus. ਤੇ ਜੇ ਤੁਹਾਡੀ ਆਪਣੀ ਜ਼ਿੰਦਗੀ ਸਹੀ ਨਹੀਂ ਹੈਗੀ, ਤੁਸੀਂ ਪ੍ਰਭੂ ਯਿਸੂ ਮਸੀਹ ਬਾਰੇ ਕਦੇ ਨਹੀਂ ਦੱਸ ਸਕਦੇ। They will say, you correct yours first. You correct your ਕਿਉਂਕਿ life. ਤੁਹਾਨੂੰ ਜ਼ਰੂਰਤ ਹੈ ਪਹਿਲਾਂ ਆਪਣੇ ਆਪ ਨੂੰ ਸਹੀ ਕਰੋ। We all make mistakes. We all learn, we correct, and we go forward. ਅਸੀਂ ਸਾਰੇ ਹੀ ਗਲਤੀਆਂ ਕਰਦੇ ਹਾਂ, ਪਰ ਗਲਤੀਆਂ ਨੂੰ ਸੁਧਾਰ ਕੇ ਅਸੀਂ ਕੀ ਹੈ ਪਰਮੇਸ਼ਰ ਦੇ ਵਿੱਚ ਅੱਗੇ ਵਧਣਾ। Serving God is very powerful thing that you can do. ਇਹ ਜਿਹੜਾ ਪਰਮੇਸ਼ਰ ਨੂੰ ਸਰਵ ਕਰਨਾ, ਪਰਮੇਸ਼ਰ ਦੀ ਸੇਵਾ ਕਰਨੀ ਹੈ, ਸਭ ਤੋਂ ਵੱਡੀ ਚੀਜ਼ ਹੈ। I'll give you one quick testimony. ਮੈਂ ਤੁਹਾਨੂੰ ਇੱਕ ਜਲਦੀ ਨਾਲ ਇੱਕ ਗਵਾਹੀ ਦੇਵਾਂਗਾ। One pastor from America went to Nigeria. ਇੱਕ ਪਾਸਟਰ ਸੀ ਅਮਰੀਕਾ ਦਾ ਜਿਹੜਾ ਕਿ ਨਾਈਜੀਰੀਆ ਦੇ ਵਿੱਚ ਗਿਆ ਤਾਂ ਅਫਰੀਕਾ ਦੇ ਵਿੱਚ। During the service, one man was doing a lot of service, was helping him, doing everything for him, helping him. ਇੱਕ ਬੰਦਾ ਸੀਗਾ ਉਸ ਜਗ੍ਹਾ ਦੇ ਵਿੱਚ ਜਿਹੜਾ ਉਹਦੀ ਸਰਵਿਸ ਦੇ ਦੌਰਾਨ ਬਹੁਤ ਮਦਦ ਕਰ ਰਿਹਾ ਸੀ, ਹਰ ਇੱਕ ਚੀਜ਼ ਦੇ ਵਿੱਚ ਮਦਦ ਕਰ ਰਿਹਾ ਸੀਗਾ। So the Nigerian pastor said to the American pastor, do you know who this man is? ਤੇ ਨਾਈਜੀਰੀਆ ਦਾ ਜਿਹੜਾ ਪਾਸਟਰ ਸੀ ਉਸ ਚਰਚ ਦਾ, ਉਹਨੇ ਅਮਰੀਕਾ ਦਾ ਜਿਹੜਾ ਪਾਸਟਰ ਉੱਥੇ ਗਿਆ ਸੀ ਉਹਨੂੰ ਕਿਹਾ, ਕਹਿੰਦਾ ਤੈਨੂੰ ਪਤਾ ਇਹ ਬੰਦਾ ਕੌਣ ਹੈ? He said he is the director of the FBI. ਤੇ ਉਹਨੇ ਕਿਹਾ, ਕਹਿੰਦਾ ਇਹ ਬੰਦਾ ਪਤਾ ਕੀ ਹੈ? ਇਹ ਡਾਇਰੈਕਟਰ ਹੈ FBI ਦਾ। Very powerful man in Nigeria. ਤੁਹਾਨੂੰ ਪਤਾ ਹੈ ਬਹੁਤ ਵੱਡੀ ਗੱਲ ਹੈ, ਨਾਈਜੀਰੀਆ ਦੇ ਵਿੱਚ FBI ਸੀਗਾ ਡਾਇਰੈਕਟਰ। But he serves in the kingdom of God. ਪਰ ਉਹ ਪਰਮੇਸ਼ਰ ਦੇ ਰਾਜ ਨੂੰ ਸਰਵ ਕਰ ਰਿਹਾ ਸੀ, ਉਹਦੀ ਸੇਵਾ ਕਰ ਰਿਹਾ ਸੀ। So that is where we need to look at ourselves and say, where can I serve? ਇਹੀ ਸਾਨੂੰ ਦੇਖਣ ਦੀ ਸਾਡੀ ਜ਼ਿੰਦਗੀ ਵਿੱਚ ਜ਼ਰੂਰਤ ਹੈ ਕਿ ਮੈਂ ਕਿੱਥੇ ਸਟੈਂਡ ਕਰਦਾ ਤੇ ਮੈਨੂੰ ਕੀ ਕਰਨ ਦੀ ਜ਼ਰੂਰਤ ਹੈ। Look for the right place where you can serve. ਤੇ ਇੱਕ ਸਹੀ ਜਗ੍ਹਾ ਲੱਭੋ ਜਿੱਥੇ ਤੁਸੀਂ ਪਰਮੇਸ਼ਰ ਦੀ ਸੇਵਾ ਕਰ ਸਕੋ। You can't say, I want to go and be in the worship team if you cannot sing. ਜੇ ਤੁਸੀਂ ਇਹ ਨਾ ਸੋਚੋ ਕਿ ਹਾਂ ਮੈਂ ਜਾਵਾਂ ਤੇ ਮੈਂ ਸਿੱਧੀ ਵਰਸ਼ਿਪ ਟੀਮ ਦੇ ਵਿੱਚ ਚਲਿਆ ਜਾਵਾਂ, Because you'll be a problem. ਕਿਉਂਕਿ ਜੇ ਤੁਸੀਂ ਪਾਪ ਦੇ ਵਿੱਚੋਂ ਸਿੱਧਾ ਉਸ ਚੀਜ਼ ਦਾ ਪ੍ਰੋਬਲਮ ਹੈ। You need to learn how to sing. Your voice has to be ਪਹਿਲਾਂ good. ਤੁਹਾਨੂੰ ਜ਼ਰੂਰਤ ਹੈ, ਸੌਰੀ ਆਈ ਟ੍ਰਾਂਸਲੇਟ ਅਗੇਨ, ਜੇ ਤੁਸੀਂ ਚਾਹੋ ਕਿ ਮੈਂ ਸਿੱਧਾ ਜਾ ਕੇ ਵਰਸ਼ਿਪ ਕਰਨੀ ਲੱਗ ਜਾਵਾਂ, ਠੀਕ ਹੈ, ਤੇ ਤੁਹਾਨੂੰ ਗਾਉਣਾ ਆਉਂਦਾ ਹੀ ਨਹੀਂ ਹੈਗਾ, ਤੇ ਫਿਰ ਇਹ ਚੀਜ਼ ਦੀ ਪ੍ਰੋਬਲਮ ਹੈ। ਪਹਿਲਾਂ ਤੁਹਾਨੂੰ ਕੀ ਜ਼ਰੂਰਤ ਹੈ ਕਿ ਤੁਸੀਂ ਸਿੱਖੋ ਕਿਵੇਂ ਗਾਉਣਾ। To be in the worship team is a very disciplined life. ਕਿਉਂਕਿ ਜਿਹੜੀ ਵਰਸ਼ਿਪ ਟੀਮ ਦੇ ਵਿੱਚ ਗਾਉਣ ਦੀ ਇੱਕ ਜ਼ਿੰਮੇਵਾਰੀ ਹੈ, ਉਹ ਬਹੁਤ ਅਨੁਸ਼ਾਸਨ ਵਾਲੀ ਹੈ। Because you are representing the kingdom, you are singing praises to God, you are standing in the front. It's a big responsibility. ਕਿਉਂਕਿ ਤੁਸੀਂ ਸਾਰੀ ਦੁਨੀਆ ਦੇ ਸਾਹਮਣੇ ਉਸ ਸਮੇਂ ਖੜੇ ਹੁੰਨੇ ਹੋ ਤੇ ਤੁਸੀਂ ਰਿਪਰੈਜ਼ੈਂਟ ਕਿਹਨੂੰ ਕਰ ਰਹੇ ਹੋ? ਪ੍ਰਭੂ ਯਿਸੂ ਮਸੀਹ ਨੂੰ, ਤੇ ਉਹਦੀ ਹਮਦ ਸਨਾ ਕਰ ਰਹੇ ਹੋ ਉਸ ਸਮੇਂ। So your life has to be very clean. ਤੇ ਤੁਹਾਡੀ ਜਿਹੜੀ ਜ਼ਿੰਦਗੀ ਆ ਬਹੁਤ ਸਾਫ਼ ਹੋਣ ਦੀ ਜ਼ਰੂਰਤ ਹੈ। You cannot be partying last night, listening to wrong music, doing all wrong things, and next morning come and say hallelujah. ਤੇ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਰਾਤ ਪਹਿਲਾਂ ਇੱਕ ਪੱਬ ਦੇ ਵਿੱਚ ਜਾ ਕੇ ਨਾਈਟ ਸਪੈਂਡ ਕਰੋ ਜਾਂ ਦੁਨਿਆਵੀ ਸੌਂਗ ਸੁਣੋ ਤੇ ਅਗਲੇ ਦਿਨ ਐਤਵਾਰ ਨੂੰ ਜਾ ਕੇ ਕਹੋ ਕਿ ਹਾਲੇਲੂਇਆ। You have to follow that principle from previous day to next day. When you're in that mode of praising, worshiping, your life is clean, automatically the presence of God will be there. ਜਦੋਂ ਤੁਸੀਂ ਇੱਕ ਦਿਨ ਪਹਿਲਾਂ ਵੀ ਜਾਂ ਪੂਰੇ ਦਿਨ ਜਦੋਂ ਤੁਸੀਂ ਹੋ ਆਪਣੀ ਲਾਈਫ ਦੇ ਵਿੱਚ ਅਗਰ ਉਹਦੀ ਹਮਦੋ ਸਨਾ ਕਰ ਰਹੇ ਹੋ, ਹਰ ਇੱਕ ਚੀਜ਼ ਸਹੀ ਕਰ ਰਹੇ ਹੋ, ਤਾਂ ਆਟੋਮੈਟਿਕਲੀ ਹੀ ਆਪਣੇ ਆਪ ਹੀ ਜਦੋਂ ਸੰਡੇ ਦੀ ਸਰਵਿਸ ਦੇ ਵਿੱਚ ਵਰਸ਼ਿਪ ਕਰੋਗੇ ਤਾਂ ਪਰਮੇਸ਼ਰ ਦੀ ਜਿਹੜੀ ਮੌਜੂਦਗੀ ਉਸ ਜਗ੍ਹਾ ਤੇ। So whatever you do, serving in the kingdom, God will reward you. ਜੋ ਵੀ ਤੁਸੀਂ ਪਰਮੇਸ਼ਰ ਦੇ ਰਾਜ ਦੇ ਲਈ ਜੋ ਸੇਵਾ ਦਾ ਜੋ ਕੰਮ ਕਰ ਰਹੇ ਹੋ, ਉਸ ਚੀਜ਼ ਦਾ ਤੁਹਾਨੂੰ ਇਨਾਮ ਪਰਮੇਸ਼ਰ ਪੱਕਾ ਦੇਵੇਗਾ। You have to give that 100% commitment. ਪਰ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਆਪਣਾ 100% ਜਿਹੜਾ ਪਰਮੇਸ਼ਰ ਨੂੰ ਵਾਅਦੇ ਦੇ ਤੌਰ ਤੇ ਦੇ ਦਿਓ। If you are serving in the welcome team, ਜੇ ਤੁਸੀਂ ਵੈਲਕਮ ਟੀਮ ਦੇ ਵਿੱਚ ਹੋ, you have to be there before all the people arrive. ਤੇ ਤੁਹਾਨੂੰ ਜ਼ਰੂਰਤ ਹੈ ਕਿ ਜਿੰਨੇ ਵੀ ਭੈਣ ਭਰਾ ਆਣੇ ਆ ਉਹਨਾਂ ਤੋਂ ਪਹਿਲਾਂ ਤੁਸੀਂ ਉਹ ਵੈਲਕਮ ਡਿਊਟੀ ਦੇ You have to be the first one. Sorry? You have to be the first one so you can welcome them. ਤੇ ਤੁਸੀਂ ਜਿਹੜੇ ਵੈਲਕਮ ਕਰ ਰਹੇ ਹੋ ਤਾਂ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਪਹਿਲੇ ਆਦਮੀ ਬਣੋ ਕਿ ਜਿਹੜੇ ਤੁਸੀਂ ਉੱਥੇ ਆਉਣ ਉਹਨਾਂ ਦਾ ਵੈਲਕਮ ਕਰ ਸਕੋ। If you come late, then half the people have gone in. You have not done your job. ਜੇ ਤੁਸੀਂ ਲੇਟ ਆਉਂਗੇ ਅੱਧੇ ਬੰਦੇ ਤਾਂ ਆਲਰੇਡੀ ਚਰਚ ਦੇ ਵਿੱਚ ਜਾ ਚੁੱਕੇ, ਫਿਰ ਤੁਹਾਡਾ ਉਹ ਵੈਲਕਮ ਕਰਨਗੇ। So this year, I want to encourage you, bring discipline in your life. Amen. If you want to see God bless you in this year, ਅਗਰ ਤੁਸੀਂ ਚਾਹੁੰਦੇ ਕਿ ਪਰਮੇਸ਼ਰ ਤੁਹਾਨੂੰ
ਸੱਚਮੁੱਚ ਬਰਕਤ ਦੇਵੇ। Read that 1 Corinthians 2:9 again. Read it for yourself again and again. ਤਾਂ ਤੁਸੀਂ ਕੀ ਆ 1 ਕਰੰਥੀਆ ਉਹਦੀ 2:9 ਜਿਹੜਾ ਚੈਪਟਰ ਦੀ ਆਇਤ ਹੈ ਉਹਨੂੰ ਆਪਣੀ ਲਾਈਫ ਦੇ ਵਿੱਚ ਬਾਰ-ਬਾਰ ਪੜੋ। Because God has prepared a great plan for you, for those who love Him. ਪਰਮੇਸ਼ਰ ਨੇ ਬਹੁਤ ਵੱਡੇ ਪਲਾਨ, ਬਹੁਤ ਵੱਡੀਆਂ ਬਰਕਤਾਂ ਤੁਹਾਡੇ ਲਈ ਪਰਮੇਸ਼ਰ ਨੇ ਰੱਖੀਆਂ ਹੋਈਆਂ ਨੇ, ਪਰ ਜੇ ਤੁਸੀਂ ਉਸ ਨੂੰ ਪਿਆਰ ਕਰੋਗੇ ਤਦੇ ਹੀ ਮਿਲਣਗੀਆਂ। So today is a day for the right decision. ਅੱਜ ਇੱਕ ਸਮਾਂ ਤੁਹਾਡੇ ਲਈ ਕਿ ਤੁਸੀਂ ਸਹੀ ਫੈਸਲਾ ਲੈ ਸਕੋ। So the start of the year, my message is to you today. What do you want God to do for you? ਇਸ ਸਾਲ ਦੇ ਵਿੱਚ ਤੁਸੀਂ ਪਰਮੇਸ਼ਰ ਨੂੰ ਆਖੋ ਤੇ ਪਰਮੇਸ਼ਰ ਨੂੰ ਪੁੱਛੋ ਕਿ ਅਸੀਂ ਇਸ ਸਾਲ ਦੇ ਵਿੱਚ ਕੀ ਕਰੀਏ। Everyone make a commitment of what the things we spoke about. ਹਰ ਮੇਰਾ ਭੈਣ ਭਰਾ ਜਿਹੜਾ ਉਹ ਕੋਈ ਨਾ ਕੋਈ ਇੱਕ ਵਾਅਦਾ ਕਰੇ ਪਰਮੇਸ਼ਰ ਦੇ ਨਾਲ ਜੋ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ। I hope you have taken notes because you can refer to these notes. ਤੇ ਮੈਨੂੰ ਵਿਸ਼ਵਾਸ ਹੈ ਕਿ ਜੋ ਮੈਂ ਬੋਲਿਆ ਉਹ ਤੁਸੀਂ ਸਭ ਨੇ ਲਿਖਿਆ ਵੀ ਹੈ। That will help you. ਇਹ ਤੁਹਾਡੀ ਮਦਦ ਕਰੇਗਾ। So today, let us all make a decision. Is everybody wanting to make a decision for 2021? ਇੱਕ ਫੈਸਲਾ ਕਰਾਂਗੇ, ਇੱਕ ਕਮਿਟਮੈਂਟ ਕਰਾਂਗੇ ਪਰਮੇਸ਼ਰ ਦੇ ਨਾਲ 2021 ਸਾਲ ਦੇ ਵਿੱਚ। How many people want God to bless them this year? ਕਿੰਨੇ ਮੇਰੇ ਭੈਣ ਭਰਾ ਚਾਹੁੰਦੇ ਨੇ ਕਿ ਪਰਮੇਸ਼ਰ ਉਹਨਾਂ ਨੂੰ ਇਸ ਸਾਲ ਦੇ ਵਿੱਚ 2021 ਦੇ ਵਿੱਚ ਬਰਕਤ ਦੇਵੇ? How many people want God to use them for the kingdom this year? ਤੇ ਕਿੰਨੇ ਮੇਰੇ ਭੈਣ ਭਰਾ ਇਹ ਚਾਹੁੰਦੇ ਨੇ ਕਿ ਪਰਮੇਸ਼ਰ ਉਹਦੇ ਕੰਮਾਂ ਦੇ ਲਈ, ਉਹਦੇ ਰਾਜ ਦੇ ਲਈ ਯੂਜ਼ ਕਰੇ? The answer is very simple. ਤੇ ਉਹਦਾ ਉੱਤਰ ਬਹੁਤ ਹੀ ਸਧਾਰਨ ਹੈ। You follow what God tells you to do. Read Matthew 6:33 again and again. ਤੇ ਜਦੋਂ ਇਹ ਸਿਰਫ ਇਹਦਾ ਸਧਾਰਨ ਜਿਹਾ ਹੱਲ ਇਹੀ ਹੈ ਕਿ ਤੁਸੀਂ ਉਹ ਹਰ ਇੱਕ ਚੀਜ਼ ਜੋ ਪਰਮੇਸ਼ਰ ਤੁਹਾਡੇ ਤੋਂ ਚਾਹੁੰਦਾ ਤੁਸੀਂ ਸਹੀ ਕਰੋ। ਤੇ ਜਿਵੇਂ ਮੈਥਿਊ ਦੀ ਇੰਜੀਲ ਦੇ ਵਿੱਚ, ਮਤੀ ਦੀ ਇੰਜੀਲ ਦੇ ਵਿੱਚ ਲਿਖਿਆ ਉਹਦੇ 6:33 ਦੇ ਵਿੱਚ ਤੇ ਸਵਰਗ ਰਾਜ ਨੂੰ ਲੱਭੋ ਤੇ ਦਿੱਤਾ ਜਾਵੇਗਾ ਹਰ ਇੱਕ ਚੀਜ਼। Have the mentality of kingdom of God mentality, not earth mentality, kingdom mentality. ਇਹ ਜਿਹੜੀ ਸੋਚ ਹੈ ਤੁਹਾਡੀ ਸਵਰਗ ਰਾਜ ਵਰਗੀ ਸੋਚ ਹੋਣ ਦੀ ਜ਼ਰੂਰਤ ਹੈ ਕਿ ਅਸੀਂ ਹਰ ਚੀਜ਼ ਉਹ ਕਰਨੀ ਹੈ। The kingdom of God, we have one king, that is Jesus. ਸਵਰਗ ਦੇ ਰਾਜ ਦੇ ਵਿੱਚ ਸਿਰਫ ਇੱਕ ਹੀ ਰਾਜਾ ਹੈ, ਉਹ ਕੌਣ ਹੈ? ਪ੍ਰਭੂ ਯਿਸੂ ਮਸੀਹ। He is the king of the kingdom that me and you are part of. ਉਹ ਰਾਜਿਆਂ ਦਾ ਰਾਜਾ ਹੈ ਜੋ ਸਵਰਗ ਰਾਜ ਦਾ ਵੀ ਉਹੀ ਰਾਜਾ ਹੈ। Amen. So today, let us all take a few minutes and make a ਅੱਜ ਅਸੀਂ decision. ਸਾਰੇ ਕੁਝ ਸਮਾਂ ਲਵਾਂਗੇ। Serious decision. ਸੀਰੀਅਸ ਇੱਕ ਸਹੀ ਸੀਰੀਅਸ Because ਸੋਚਣਾ this is related to your life. ਕਿਉਂਕਿ ਇਹ ਜਿਹੜੀ ਚੀਜ਼ ਹੈ ਤੁਹਾਡੀ ਲਾਈਫ ਦੇ ਲਈ ਰਿਲੇਟਡ ਹੈ। If you want to see God use you, ਜੇ ਤੁਸੀਂ ਸੱਚਮੁੱਚ ਚਾਹੁੰਦੇ ਹੋ ਕਿ ਪਰਮੇਸ਼ਰ ਤੁਹਾਨੂੰ ਯੂਜ਼ ਕਰੇ, then let us come before God ਤੇ ਅੱਜ ਕੀ ਹੈ ਪਰਮੇਸ਼ਰ ਦੇ ਅੱਗੇ ਆ with a humbleness, with a humble spirit. ਨਿਮਰ ਵਾਲੀ ਜਿਹੜੀ ਆਤਮਾ ਹੈ ਉਸ ਦੇ ਨਾਲ ਤੁਸੀਂ ਉਹਦੇ ਅੱਗੇ ਆਓ। Let us say to God, for all these years, maybe I did not do the right thing. ਤੇ ਪਰਮੇਸ਼ਰ ਨੂੰ ਕਹੇ ਹੋ ਸਕਦਾ ਮੈਂ ਜਿਹੜਾ 20 ਸਾਲ ਗਿਆ ਉਹਦੇ ਵਿੱਚ ਕੁਝ ਚੀਜ਼ਾਂ ਨਹੀਂ ਸਹੀ ਕੀਤੀਆਂ ਸੀ, But this year, I want to do things the right way. ਪਰ ਇਸ ਸਾਲ ਦੇ ਵਿੱਚ ਮੈਂ ਉਹ ਹਰ ਇੱਕ ਜਿਹੜੀ ਸਹੀ ਚੀਜ਼ ਹੈ ਉਹ ਕਰਾਂਗਾ। When you do that, can you imagine how many testimonies will come out of House of Glory? ਤੇ ਫਿਰ ਤੁਸੀਂ ਦੇਖੋਗੇ ਕਿ ਕਿੰਨੀਆਂ ਗਵਾਹੀਆਂ ਜਿਹੜੀਆਂ ਹਾਊਸ ਆਫ ਗਲੋਰੀ ਚਰਚ ਦੇ ਵਿੱਚੋਂ ਆਉਣਗੀਆਂ ਤੇ ਦੇਖੋਗੇ। Because God loves every one of you. ਕਿਉਂਕਿ ਪਰਮੇਸ਼ਰ ਤੁਹਾਡੇ ਵਿੱਚੋਂ ਹਰ ਇੱਕ ਨੂੰ ਹੀ ਪਿਆਰ ਕਰਦਾ ਹੈ। And He wants to bless every one of you. ਉਹ ਹਰ ਇੱਕ ਨੂੰ ਹੀ ਬਰਕਤ ਦੇਣਾ ਚਾਹੁੰਦਾ ਹੈ। But we have to follow His discipline of what He wants us to do. ਸਾਨੂੰ ਉਸ ਚੀਜ਼ ਨੂੰ ਹਰ ਇੱਕ ਨੂੰ ਭੈਣ ਭਰਾ ਨੂੰ ਕੀ ਹੈ ਉਸ ਚੀਜ਼ ਨੂੰ ਫੋਲੋ ਕਰਨ ਦੀ ਵੀ ਜ਼ਰੂਰਤ ਹੈ। Amen. ਆਮੇਨ।